वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪੁਰਖ ਭਗਵੰਤ ਜੀਵਨੀ ਗੁਰੂ ਗੋਬਿੰਦ ਸਿੰਘ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 128, ਲੇਖਕ ਸਤਬੀਰ ਸਿੰਘ। ਭਾਗ 10ਵਾਂ, ਜੰਗਾਂ ਹੀ ਜੰਗਾਂ। ਔਰੰਗਜ਼ੇਬ ਵੱਲੋਂ ਪਹਾੜੀ ਰਾਜਿਆਂ ਤੇ ਕਰ। ਔਰੰਗਜ਼ੇਬ ਨੂੰ ਦੱਖਣ ਗਿਆ 8 ਸਾਲ ਤੋਂ ਉੱਪਰ ਹੋ ਗਏ ਸਨ। ਇਸ ਦੌਰਾਨ ਉਸ ਬੀਜਾਪੁਰ ਅਤੇ ਗੋਲਕੁੰਡਾ ਜਿੱਤ ਲਏ ਸਨ। ਜਨਵਰੀ 1699 ਨੂੰ ਔਰੰਗਜ਼ੇਬ ਨੇ ਸ਼ਿਵਾਜੀ ਦੇ ਪੁੱਤਰ ਸ਼ੰਭੂ ਜੀ ਨੂੰ ਗ੍ਰਿਫਤਾਰ ਕਰ ਲਿਆ ਸੀ। ਦੇਖਣ ਨੂੰ ਸਾਰਾ ਦੱਖਣ ਔਰੰਗਜ਼ੇਬ ਦੇ ਕਬਜ਼ੇ ਵਿੱਚ ਸੀ, ਪਰ ਮਰਹੱਟੇ ਫਿਰ ਉੱਠ ਖਲੋਤੇ ਸਨ ਅਤੇ ਫੌਜੀ ਕੈਂਪਾਂ ਵਿੱਚ ਆ ਕੇ ਅੰਨ ਰਸਦ ਖੋਹ ਲੈ ਜਾਂਦੇ ਸਨ। ਅੰਨ ਦੀ ਅੱਗੇ ਹੀ ਦੱਖਣ ਵਿੱਚ ਤੋਟ ਸੀ। ਅੰਨ ਪੰਜਾਬ, ਬੰਗਾਲ, ਬਿਹਾਰ, ਅਵਧ ਤੋਂ ਹੀ ਆਉਂਦਾ ਸੀ। ਉਧਰ ਜਾਟਾਂ ਨੇ ਰਾਹ ਮੱਲੇ ਹੋਏ ਸਨ, ਇੱਧਰ ਮਰਹੱਟੇ ਅੰਨ ਖੋਹ ਰਹੇ ਸਨ। ਅੰਨ ਨਾ ਮਿਲਣ ਕਰਕੇ ਮੁਗਲ ਨਿਢਾਲ ਹੋ ਰਹੇ ਸਨ। ਉਸ ਸਮੇਂ ਤੋਂ ਲਾਭ ਉਠਾਉਂਦੇ ਹੋਏ ਸ਼ਹਿਜ਼ਾਦਾ ਮੁਅੱਜ਼ਮ ਨੇ ਸ਼ੀਆ ਰਿਆਸਤ ਨਾਲ ਸਾਜ਼ਬਾਜ਼ ਆਰੰਭ ਕਰ ਦਿੱਤੀ ਅਤੇ ਇਹ ਨਜਿੱਠਿਆ ਗਿਆ ਕਿ ਔਰੰਗਜ਼ੇਬ ਨੂੰ ਗ੍ਰਿਫਤਾਰ ਕਰ ਲਿਆ ਜਾਏ ਅਤੇ ਤਖਤ ਮੁਅੱਜ਼ਮ ਸੰਭਾਲੇ। ਪਰ ਸਾਜ਼ਿਸ਼ ਦਾ ਤੁਰੰਤ ਪਤਾ ਲੱਗ ਜਾਣ ਨਾਲ ਔਰੰਗਜ਼ੇਬ ਨੇ ਮੁਅੱਜ਼ਮ ਨੂੰ 21 ਫਰਵਰੀ 1688 ਨੂੰ ਉਸ ਦੇ 4 ਪੁੱਤਰਾਂ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਸ਼ਹਿਜ਼ਾਦਾ ਆਜ਼ਮ ਨੂੰ ਪੰਜਾਬ ਅਤੇ ਕਾਬਲ ਦਾ ਗਵਰਨਰ ਬਣਾ ਕੇ ਭੇਜ ਦਿੱਤਾ। ਜੱਟਾਂ ਨੂੰ ਜਰਨੈਲ ਇਬਰਾਹਿਮ ਨੇ ਦਬਾ ਦਿੱਤਾ ਅਤੇ ਆਵਾਜਾਈ ਖੁੱਲ੍ਹ ਗਈ। ਅੰਨ ਲਈ ਰਾਹ ਤਾਂ ਖੁੱਲ੍ਹ ਗਿਆ ਸੀ, ਪਰ ਧਨ ਕਿੱਥੋਂ ਆਵੇ? ਪੰਜਾਬ ਨੂੰ ਲਿਖਿਆ ਗਿਆ ਕਿ ਉਹ ਪਹਾੜੀ ਰਾਜਿਆਂ ਕੋਲੋਂ ਖਿਰਾਜ ਦਾ ਧਨ ਮਾਲ, ਜੋ ਕਈ ਸਾਲਾਂ ਤੋਂ ਖਜ਼ਾਨੇ ਦਾਖਲ ਨਹੀਂ ਸੀ ਹੋਇਆ, ਉਗਰਾ ਕੇ ਭੇਜਣ। ਆਜ਼ਮ ਨੇ ਕਸ਼ਮੀਰ ਦੇ ਗਵਰਨਰ ਇਬਰਾਹਿਮ ਨੂੰ ਵੀ ਲਿਖਿਆ ਕਿ ਉਹ ਇਸ ਕਾਰਜ ਵਿੱਚ ਉਸ ਦੀ ਇਮਦਾਦ ਕਰੇ। ਪਹਾੜੀ ਰਾਜੇ ਬਿਪਤਾ ਵਿੱਚ ਫਸ ਗਏ। ਉਹਨਾਂ ਬਹੁਤੇਰਾ ਕਿਹਾ ਕਿ ਗੁਰੂ ਗੋਬਿੰਦ ਸਿੰਘ ਨਾਲ ਲੜਾਈ ਸਮੇਂ ਬਹੁਤਾ ਖਰਚ ਆ ਗਿਆ ਹੈ, ਇਸ ਲਈ ਖਿਰਾਜ ਦੇਣਾ ਮੁਸ਼ਕਿਲ ਹੈ। ਪਰ ਦੋਹਾਂ ਸੂਬੇਦਾਰਾਂ ਨੇ ਇੱਕ ਨਾ ਸੁਣੀ। ਸਗਲੀ ਓਟ ਦੇਖ ਕੇ ਉਹ ਗੁਰੂ ਜੀ ਦੀ ਸ਼ਰਨ ਆਏ ਕਿ ਉਹਨਾਂ ਦੀ ਇਸ ਬਿਪਤਾ ਸਮੇਂ ਸਹਾਇਤਾ ਕੀਤੀ ਜਾਏ। ਮਹਾਰਾਜ ਨੇ ਇਹ ਵਿਚਾਰਿਆ ਕਿ ਉਹਨਾਂ ਦੀ ਮਦਦ ਨਾਲ ਜੇ ਪਹਾੜੀ ਰਾਜੇ ਔਰੰਗਜ਼ੇਬ ਦੇ ਚੁੰਗਲ ਵਿੱਚੋਂ ਨਿਕਲ ਆਉਣ ਤਾਂ ਇਹ ਇੱਕ ਚੰਗਾ ਆਰੰਭ ਹੋਵੇਗਾ। ਨਦਾਉਣ ਦਾ ਯੁੱਧ। ਇਬਰਾਹਿਮ ਨੇ ਦਿਲਾਵਰ ਖਾਨ ਨੂੰ ਖਿਰਾਜ ਉਗਰਾਉਣ ਲਈ ਫੌਜਾਂ ਦੇ ਕੇ ਭੇਜਿਆ। ਉਸ ਨੇ ਸਭ ਤੋਂ ਪਹਿਲਾਂ ਕਿਰਪਾਲ ਚੰਦ ਕਟੋਚ ਨੂੰ ਕਰ ਤਾਰਨ ਲਈ ਕਿਹਾ। ਰਾਜਾ ਕਟੋਚ ਨੇ ਉੱਤਰ ਦਿੱਤਾ ਕਿ ਉਸ ਨੂੰ ਕਰ ਭਰਨ ਲਈ ਕੋਈ ਸੰਕੋਚ ਨਹੀਂ, ਪਰ ਉਹਨਾਂ ਦੇ ਆਗੂ ਭੀਮ ਚੰਦ ਕੋਲੋਂ ਲਿਆ ਜਾਵੇ। ਸੋ ਕਿਰਪਾਲ ਚੰਦ ਨੂੰ ਨਾਲ ਲੈ ਕੇ ਦਿਲਾਵਰ ਖਾਂ ਬਿਆਸ ਦੇ ਕਿਨਾਰੇ ਨਦਾਉਣ ਪੁੱਜ ਗਿਆ। ਆਪਣੇ ਬਚਾਓ ਲਈ ਉਹਨਾਂ ਕਾਠਗੜ੍ਹ ਬਣਾ ਲਿਆ ਸੀ। ਭੀਮ ਚੰਦ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਗੁਰੂ ਜੀ ਨੂੰ ਸਹਾਇਤਾ ਦੇਣ ਦੀ ਬੇਨਤੀ ਕੀਤੀ। ਕਟੋਚੀਏ ਅਤੇ ਬਿੰਜੜੀਏ ਰਾਜਾਂ ਦਾ ਅਲਫ ਖਾਨ ਵੱਲੋਂ ਲੜਮਾ ਗੁਰੂ ਜੀ ਨੂੰ ਨਾ ਪਾਇਆ। ਉਹਨਾਂ ਬਾਕੀ ਦੇ ਰਾਜਿਆਂ ਨੂੰ ਕਿਹਾ, ਏਕਾ ਤੋੜਿਆਂ ਨੇ ਚੰਗਾ ਨਹੀਂ ਕੀਤਾ। ਜ਼ੁਲਮੀਆਂ ਨਾਲ ਜਾ ਰਲੇ ਹਨ, ਭਰਾਵਾਂ ਨੂੰ ਮਾਰਨ ਲਈ ਕੁਹਾੜੀਆਂ ਦਾ ਦਸਤਾ ਬਣੇ ਹਨ। ਸੋ ਹੁਣ ਉਪਦੇਸ਼ ਨਾਲ ਨਹੀਂ, ਦੰਡ ਨਾਲ ਹੀ ਸਿੱਧੇ ਹੋਣਗੇ। ਲੋੜ ਇਸ ਬਾਤ ਦੀ ਹੈ ਕਿ ਆਪਣਾ ਨਫਾਵਾਰ ਏਕਾ ਕਰਨ ਦਾ ਵੱਲ ਆਵੇ। ਮਹਾਰਾਜ ਨੂੰ ਨਿਰਾਲਾ ਹੀ ਉਤਸ਼ਾਹ ਚੜਿਆ ਹੋਇਆ ਸੀ। ਚਿਹਰਾ ਇਸ ਤਰ੍ਹਾਂ ਚਮਕ ਰਿਹਾ ਸੀ ਜਿਵੇਂ ਸਵੇਰ ਦੇ ਸੂਰਜ ਦੀ ਲਾਲੀ ਦਾ ਹੁੰਦਾ ਸੀ। ਇਸੇ ਜੰਗ ਵਿੱਚ ਆਪ ਜੀ ਨੇ ਖੱਬੇ ਹੱਥ ਨਾਲ ਵੀ ਤੀਰ ਚਲਾਏ ਸਨ। ਗੁਰੂ ਮਹਾਰਾਜ ਵੀ ਫੌਜਾਂ ਲੈ ਕੇ ਪਿੰਡ ਬਰੂਲੀ ਨਦਾਉਣ ਲਾਗੇ ਪੁੱਜ ਗਏ। ਪਹਾੜੀ ਰਾਜੇ ਵੀ ਫੌਜਾਂ ਲੈ ਕੇ ਆ ਪੁੱਜੇ। ਦਿਲਾਵਰ ਨੇ ਅਲਫ ਖਾਨ ਨੂੰ ਔਰੰਗਜ਼ੇਬ ਦਾ ਹੁਕਮ ਸੁਣਾ ਭੇਜਿਆ ਅਤੇ ਉਸ ਨੇ ਜਦ ਗੁਰੂ ਗੋਬਿੰਦ ਸਿੰਘ ਅਤੇ ਪਹਾੜੀ ਰਾਜਿਆਂ ਦਾ ਇਕੱਠ ਦੇਖਿਆ ਤਾਂ ਉਹ ਘਬਰਾ ਗਿਆ। ਕਿਰਪਾਲ ਚੰਦ ਤਾਂ ਪਹਿਲਾਂ ਹੀ ਘਬਰਾਇਆ ਹੋਇਆ ਸੀ। ਜੰਗ ਆਰੰਭ ਹੋ ਗਈ ਅਤੇ ਪਹਿਲੇ ਹੱਲੇ ਵਿੱਚ ਹੀ ਕਿਰਪਾਲ ਚੰਦ ਕਟੋਚ ਜ਼ਖਮੀ ਹੋ ਗਿਆ। ਉਸ ਨੇ ਅਲਫ ਖਾਨ ਨੂੰ ਗੁਰੂ ਜੀ ਦੀ ਅਜ਼ਮਤ ਅਤੇ ਸ਼ਕਤੀ ਦਰਸਾਈ। ਅਲਫ ਖਾਨ ਡਰ ਗਿਆ ਅਤੇ ਦੋਨੋਂ ਹੀ ਰਾਤ ਦੇ ਹਨੇਰੇ ਵਿੱਚ ਨਦਾਉਣ ਛੱਡ ਕੇ ਭੱਜ ਗਏ। ਮੈਦਾਨ ਗੁਰੂ ਜੀ ਦੀਆਂ ਫੌਜਾਂ ਹੱਥ ਆਇਆ। ਪਹਾੜੀ ਰਾਜਿਆਂ ਨੇ ਜਿੱਤ ਮਨਾਈ ਅਤੇ 8 ਦਿਨ ਗੁਰੂ ਜੀ ਉੱਥੇ ਹੀ ਟਿਕੇ ਅਤੇ ਰਾਜਿਆਂ ਨੇ ਸਤਿਕਾਰ ਸਾਹਿਤ ਆਨੰਦਪੁਰ ਜਾਣ ਦੀ ਵਿਦਾਇਗੀ ਦਿੱਤੀ। ਆਪ ਜੀ ਆਲਸੂਣ, ਜਿੰਦਵੜੀ ਅਤੇ ਭੁਲਾਣ ਤੋਂ ਹੁੰਦੇ ਹੋਏ ਆਨੰਦਪੁਰ ਪੁੱਜੇ। ਆਲਸੂਣ ਦੇ ਵਸਨੀਕਾਂ ਨੂੰ ਸਜ਼ਾ ਦਿੱਤੀ ਕਿਉਂਕਿ ਉਹ ਬੇਅਦਬੀ ਦੇ ਸ਼ਬਦ ਬੋਲਦੇ ਸਨ। ਇਹ ਜੰਗ ਨਵੰਬਰ 1688 ਨੂੰ ਹੀ ਹੋਇਆ ਸੀ। ਨਦਾਉਣ ਦੀ ਜੰਗ ਉਪਰੰਤ ਗੁਰੂ ਜੀ ਦੇ ਆਪਣੇ ਹੀ ਸ਼ਬਦਾਂ ਵਿੱਚ ਕਈ ਸਾਲ ਕੋਈ ਝੜਪ ਕਿਸੇ ਨਾਲ ਨਾ ਹੋਈ। ਲਾਹੌਰ ਦੇ ਗਵਰਨਰ ਉੱਤੋਡੱਤੀ
ਬਦਲਦੇ ਰਹੇ। ਹਰ ਇੱਕ ਨੂੰ ਆਪਣੀ ਪਈ ਰਹਿੰਦੀ ਸੀ। ਉਹਨਾਂ ਘਰ ਅਗਰਾਉਣ ਵੱਲ ਧਿਆਨ ਕੀ ਦੇਣਾ ਸੀ। ਇਸ ਦੌਰਾਨ ਗੁਰੂ ਮਹਾਰਾਜ ਨੇ ਸਾਰੇ ਕਿਲੇ ਪੱਕੇ ਕਰ ਲਏ ਅਤੇ ਅਨੰਦਪੁਰ ਇੱਕ ਮਜ਼ਬੂਤ ਰੌਣੀ ਬਣ ਗਿਆ। ਰਵਾਲਸਰ ਵੱਲ ਫੇਰੀ। ਵਿਸਾਖ ਦੇ ਸਮੇਂ ਸਾਰੇ ਰਾਜੇ ਰਵਾਲਸਰ ਇਕੱਠ ਕਰਦੇ ਸਨ। ਮਹਾਰਾਜ ਨੇ ਮੌਕਾ ਚੰਗਾ ਜਾਣ ਰਵਾਲਸਰ ਹੀ ਵਿਸਾਖੀ ਮਨਾਉਣ ਦਾ ਫੈਸਲਾ ਕੀਤਾ। 29 ਮਾਰਚ 1691 ਨੂੰ ਆਪ ਜੀ ਉੱਥੇ ਪੁੱਜੇ। ਉੱਥੇ ਹੀ ਰਾਣੀ ਪਦਮਾ ਜੋ ਚੰਬੇ ਦੀ ਰਾਣੀ ਸੀ ਦਰਸ਼ਨਾਂ ਨੂੰ ਆਈ। ਗੁਰੂ ਮਹਾਰਾਜ ਨੇ ਤੀਰ ਨਾਲ ਆਸ਼ੀਰਵਾਦ ਦਿੱਤਾ। ਮਹਾਰਾਜ ਦਾ ਸੁਭਾਅ ਸੀ ਹਰ ਦਰਬਾਰ ਵਿੱਚ ਆਈ ਔਰਤ ਨੂੰ ਤੀਰ ਨਾਲ ਹੀ ਆਸ਼ੀਰਵਾਦ ਦਿੰਦੇ ਸਨ। ਜੇ ਬਹੁਤ ਪ੍ਰਸੰਨ ਹੋਣ ਤਾਂ ਤੀਰ ਹੀ ਉਸ ਨੂੰ ਦੇ ਦਿੰਦੇ ਸਨ। ਆਪਣੇ ਆਪ ਨੂੰ ਰਾਣੀ ਜਾਣ ਉਸ ਕਿਹਾ, ਮਹਾਰਾਜ ਮੈਂ ਤਾਂ ਤੁਹਾਡੀ ਖਾਸ ਸੇਵਕਾ ਹਾਂ, ਤੁਸੀਂ ਮੈਨੂੰ ਹੱਥਾਂ ਨਾਲ ਆਸ਼ੀਰਵਾਦ ਦਿਓ। ਮਹਾਰਾਜ ਨੇ ਫਰਮਾਇਆ, ਪਦਮਾ ਅੱਜ ਤੱਕ ਇਹਨਾਂ ਹੱਥਾਂ ਨਾਲ ਆਪਣੀ ਧਰਮ ਪਤਨੀ ਨੂੰ ਹੀ ਛੋਹਿਆ ਹੈ, ਹੋਰ ਕਿਸੇ ਨੂੰ ਨਹੀਂ। ਉਸ ਗੁਰੂ ਦੀ ਸ਼ਖਸੀਅਤ ਅੱਗੇ ਸਿਰ ਝੁਕਾਇਆ ਅਤੇ ਰਾਜੇ ਸਮੇਤ ਸੇਵਕਾ ਬਣੀ। ਗੁਰੂ ਜੀ ਨੇ ਉੱਥੇ ਹੀ ਰਾਜਿਆਂ ਨੂੰ ਜਨਤਾ ਨਾਲ ਲੈ ਕੇ ਧਰਮ ਯੁੱਧ ਕਰਨ ਦਾ ਸੁਝਾਅ ਦਿੱਤਾ। ਰਾਜਾ ਔਰੰਗਜ਼ੇਬ ਦੀ ਤਾਕਤ ਦਾ ਬਹੁਤ ਹੋਣਾ ਦੱਸ ਝਿਜਕ ਦੱਸੀ। ਫਿਰ ਵੀ ਭੁਜੰਗ ਸਰਦਾਰ ਅਤੇ ਜਖਰਾਜ ਨੇ ਆਪਣੀਆਂ ਸੇਵਾਵਾਂ ਗੁਰੂ ਅੱਗੇ ਭੇਟ ਕੀਤੀਆਂ। ਭੀਮ ਚੰਦ ਦੀ ਮ੍ਰਿਤਿੂ। ਰਵਾਲਸਰ ਤੋਂ ਮੁੜਦੇ ਗੁਰੂ ਜੀ ਪਹਾੜੀ ਇਲਾਕਿਆਂ ਵਿੱਚੋਂ ਹੁੰਦੇ ਹੋਏ ਵਾਪਸ ਅਨੰਦਪੁਰ ਪੁੱਜੇ। ਭੀਮ ਚੰਦ ਨਦੌਣ ਦੀ ਜੰਗ ਉਪਰੰਤ ਗੁਰੂ ਜੀ ਨਾਲ ਵੈਰ ਵਿਰੋਧ ਦੀ ਭਾਵਨਾ ਉੱਕਾ ਹੀ ਮੁਕਾ ਚੁੱਕਾ ਸੀ। ਉਹ ਗੁਰੂ ਜੀ ਦੀ ਤਨਜੀਮੀ ਸ਼ਕਤੀ ਅਤੇ ਰੂਹਾਨੀ ਚਮਤਕਾਰ ਅੱਖੀਂ ਦੇਖ ਚੁੱਕਾ ਸੀ। ਉਸ ਦੇ ਪਿੱਛੇ ਹਟ ਜਾਣ ਨਾਲ ਕਿਸੇ ਰਾਜੇ ਵਿੱਚ ਇੰਨੀ ਸ਼ਕਤੀ ਨਹੀਂ ਸੀ ਕਿ ਉਹ ਗੁਰੂ ਜੀ ਨਾਲ ਸਿੱਧੀ ਟੱਕਰ ਲੈ ਸਕੇ। ਸਤੰਬਰ 1682 ਨੂੰ ਭੀਮ ਚੰਦ ਦੀ ਮ੍ਰਿਤਿੂ ਹੋਈ ਅਤੇ ਉਸ ਦਾ ਪੁੱਤਰ ਅਜਮੇਰ ਚੰਦ ਰਾਜਗੱਦੀ ਤੇ ਬੈਠਿਆ। ਅਜਮੇਰ ਚੰਦ ਨੇ ਨਵਾਂ ਰਾਜ ਹੱਥ ਆਉਣ ਅਤੇ ਜਵਾਨੀ ਦੇ ਮੱਧ ਵਿੱਚ ਗੁਰੂ ਜੀ ਨਾਲ ਟੱਕਰ ਲੈਣ ਦਾ ਮਨ ਬਣਾ ਲਿਆ। ਪਹਾੜੀ ਰਾਜਿਆਂ ਨੂੰ ਉਸ ਇਕੱਠਾ ਕਰਨਾ ਆਰੰਭ ਕੀਤਾ ਅਤੇ ਔਰੰਗਜ਼ੇਬ ਦਾ ਡਰ ਦੇ ਕੇ ਕਰ ਦੇਣਾ ਵੀ ਰਾਜਿਆਂ ਕੋਲੋਂ ਮਨਵਾ ਲਿਆ। ਉਸ ਨੀਤੀ ਇਹ ਅਪਣਾਈ ਕਿ ਇਕੱਲਿਆਂ ਲੜਨ ਦੀ ਥਾਂ ਮੁਗਲ ਫੌਜਾਂ ਨੂੰ ਨਾਲ ਲਿਆ ਜਾਏ, ਸਾਂਝਾ ਹਮਲਾ ਅਨੰਦਪੁਰ ਤੇ ਕੀਤਾ ਜਾਏ। ਇਸ ਤਰ੍ਹਾਂ ਉਸਨੇ ਸਰਹੰਦ ਦੇ ਫੌਜਦਾਰ ਵਜ਼ੀਰ ਖਾਂ, ਕਾਂਗੜੇ ਦੇ ਫੌਜਦਾਰ ਹੁਸੈਨ ਖਾਂ, ਲਾਹੌਰ ਦੇ ਦਿਲਾਵਰ ਖਾਂ ਅਤੇ ਜੰਮੂ ਦੇ ਇਬਰਾਹਿਮ ਨੂੰ ਤਿਆਰ ਕਰ ਲਿਆ। ਉਹਨਾਂ ਚਾਰਾਂ ਨੇ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਬਾਰੇ ਵਧਾ ਚੜ੍ਹਾ ਕੇ ਲਿਖਿਆ ਅਤੇ ਦੱਸਿਆ ਕਿ ਅਜਮੇਰ ਚੰਦ ਦੀ ਅਗਵਾਈ ਹੇਠਾਂ ਪਹਾੜੀ ਰਾਜਿਆਂ ਈਨ ਮੰਨ ਲਈ ਹੈ, ਕਰ ਦੇ ਦਿੱਤਾ ਹੈ ਅਤੇ ਗੁਰੂ ਜੀ ਤੇ ਹਮਲਾ ਕਰਨ ਲਈ ਤਿਆਰ ਹਨ। ਉਹਨਾਂ ਇਹ ਵੀ ਲਿਖਿਆ ਕਿ ਗੁਰੂ ਹੀ ਪਹਾੜੀਆਂ ਨੂੰ ਕਰ ਦੇਣ ਤੋਂ ਵਰਜਦਾ ਸੀ। ਉਸ ਨੇ ਜਮੀਅਤ ਇਕੱਠੀ ਕਰ ਲਈ ਹੈ ਅਤੇ ਰੋਕ ਪਾਉਣੀ ਜ਼ਰੂਰੀ ਹੈ। ਔਰੰਗਜ਼ੇਬ ਦੇ ਫਰਮਾਨ ਤੇ ਇਬਰਾਹਿਮ ਨੂੰ ਗਵਰਨਰ ਥਾਪਣਾ। ਦੱਖਣ ਵਿੱਚ ਰੁੱਝਿਆ ਹੋਣ ਕਾਰਨ ਔਰੰਗਜ਼ੇਬ ਨੂੰ ਰੁਪਏ ਦੀ ਸਖਤ ਲੋੜ ਸੀ। ਜਦ ਉਸਨੂੰ ਇਹ ਸੂਹ ਮਿਲੀ ਕਿ ਕਰ ਉਗਰਾਉਣ ਵਿੱਚ ਵੱਡੀ ਰੁਕਾਵਟ ਗੁਰੂ ਗੋਬਿੰਦ ਸਿੰਘ ਹੀ ਹੈ ਤਾਂ ਉਸ ਨੇ ਕਿਲਕਿਲਾ ਦੇ ਸਥਾਨ ਤੋਂ 20 ਨਵੰਬਰ 1693 ਨੂੰ ਇਸ ਭਾਵ ਦਾ ਫਰਮਾਨ ਜਾਰੀ ਕੀਤਾ ਕਿ ਜੇ ਗੁਰੂ ਗੋਬਿੰਦ ਸਿੰਘ ਸਾਧੂ ਬਣ ਕੇ ਆਪਣੇ ਵੱਡੇ ਵਡੇਰਿਆਂ ਵਾਂਗ ਰਹੇ, ਸਿੱਖਾਂ ਪਾਸੋਂ ਸੱਚਾ ਪਾਤਸ਼ਾਹ ਨਾ ਖਵਾਏ, ਜਮੀਅਤ ਕਰਨ ਤੋਂ ਬਾਜ ਆਏ, ਝਰੋਖੇ ਬਹਿ ਕੇ ਦਰਸ਼ਨ ਦੇਣ, ਸਿਜਦੇ ਕਰਾਉਣ ਆਦਿ ਬਾਦਸ਼ਾਹੀ ਤੌਰ ਤਰੀਕੇ ਛੱਡ ਦੇਵੇ ਤਾਂ ਭਲਾ, ਨਹੀਂ ਤਾਂ ਉਸ ਦਾ ਘਰ ਘਾਟ ਬਰਬਾਦ ਕਰਕੇ ਉਸ ਨੂੰ ਵਤਨੋਂ ਕੱਢ ਦੇਣ ਦਾ ਉਪਰਾਲਾ ਕੀਤਾ ਜਾਵੇ। ਦਰਬਾਰ-ਏ ਮੁਅੱਲਾ ਅਖਬਾਰਾਤ ਵਿੱਚ ਵੀ ਇਸੇ ਤਾਰੀਖ ਹੇਠਾਂ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੋ ਆਪਣੇ ਆਪ ਨੂੰ ਨਾਨਕ ਕਹਿੰਦਾ ਹੈ, ਫੌਜਾਂ ਇਕੱਠੀਆਂ ਕਰ ਰਿਹਾ ਹੈ, ਫੌਜਦਾਰ ਨੇ ਉਸ ਨੂੰ ਐਸਾ ਕਰਨ ਤੋਂ ਰੋਕਿਆ ਹੈ। ਇਸ ਹੁਕਮ ਨੂੰ ਅਮਲੀ ਜਾਮਾ ਪਹਿਨਾਉਣ ਲਈ ਔਰੰਗਜ਼ੇਬ ਨੇ ਲਾਹੌਰ ਦੇ ਨਵਾਬ ਖਾਨ ਜਹਾਨ ਬਹਾਦਰ ਨੂੰ ਹਟਾ ਕੇ ਇਬਰਾਹਿਮ ਖਾਨ ਨੂੰ ਮਹਾਬਤ ਖਾਨ ਦਾ ਖਿਤਾਬ ਦੇ ਕੇ ਪੰਜਾਬ ਦਾ ਗਵਰਨਰ ਥਾਪ ਦਿੱਤਾ। ਇਬਰਾਹਿਮ ਜਿੱਥੇ ਜਾਬਰ ਕਰਕੇ ਪ੍ਰਸਿੱਧ ਸੀ, ਉੱਥੇ ਚੰਗਾ ਪ੍ਰਬੰਧਕ ਵੀ ਸੀ। ਉਸਨੇ ਅਨੰਦਪੁਰ ਤੇ ਅਚਾਨਕ ਹਮਲਾ ਕਰਨ ਦਾ ਮਨਸੂਬਾ ਬਣਾਇਆ। ਗੁਰੂ ਜੀ ਦਾ ਉੱਤਰ ਤੇ ਹੁਕਮਨਾਮਾ। ਗੁਰੂ ਜੀ ਨੇ ਔਰੰਗਜ਼ੇਬ ਦੀ ਚਿੱਠੀ ਦਾ ਉੱਤਰ ਦਿੱਤਾ ਕਿ ਉਹ ਨਾਨਕ ਹੀ ਹਨ ਅਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਲਿਖ ਰਹੇ ਹਨ ਅਤੇ ਦੱਸੇ ਹੋਏ ਮਾਰਗ ਤੇ ਤੁਰ ਰਹੇ ਹਨ। ਗੁਰੂ ਜੀ ਇਹ ਵੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹਨਾਂ ਉੱਤਰਾਂ ਨਾਲ ਉਸ ਦੀ ਕੋਈ ਤਸੱਲੀ ਨਹੀਂ ਹੋਣੀ। ਸਮਾਂ ਲੱਕ ਬੰਨ ਤਿਆਰੀਆਂ ਦਾ ਹੈ। ਅਵੇਸਲੇ ਉਹ ਕਦੇ ਵੀ ਨਹੀਂ ਸਨ। ਸਾਂਝੇ ਹਮਲੇ ਨੂੰ ਪਛਾੜਨ ਲਈ ਖਾਸ ਪ੍ਰਬੰਧ ਅਤੇ ਨੀਤੀ ਦੀ ਲੋੜ ਸੀ। ਆਪ ਜੀ ਨੇ ਚੌਂਕੀਆਂ ਨਿਯਤ ਕਰ ਦਿੱਤੀਆਂ ਅਤੇ ਦੂਰ ਦੁਰਾਡਿਆਂ ਸੂਆਂ ਲੈਣ ਲਈ ਸੂਈਏ ਛੱਡ ਦਿੱਤੇ। ਸੂਹ ਦਾ ਸਮੇਂ ਸਿਰ ਪੁੱਜਦੇ ਰਹਿਣਾ ਜੰਗ ਦੀ ਪਹਿਲੀ ਕਾਮਯਾਬੀ ਹੈ। ਨਾਲ ਹੀ ਆਪ ਜੀ ਨੇ ਹਰ ਥਾਂ ਹੁਕਮਨਾਮੇ ਭੇਜ ਦਿੱਤੇ ਕਿ ਹਰ ਥਾਂ ਬੈਠਾ ਸਿੱਖ ਤਿਆਰ ਬਰ ਤਿਆਰ ਰਹੇ ਅਤੇ ਸੱਦਾ ਮਿਲਣ ਤੇ ਅਨੰਦਪੁਰ ਵੱਲ ਚੱਲ ਪਏ। ਖਾਸ ਕਰ ਇਹ ਲਿਖਿਆ, ਕੋਈ ਸਿੱਖ ਕਿਸੇ ਵੀ ਹਾਲਤ ਵਿੱਚ ਹਜਾਮਤ ਨਾ ਕਰਾਵੇ, ਸਾਰੇ ਹੀ ਸਾਬਤ ਸੁਰਤ ਰਹਿਣ ਅਤੇ ਸੰਤਾਨ ਦੇ ਕੇਸ ਜਮਾਂਦਰੂ ਕਾਇਮ ਰੱਖਣ।
ਸਾਰੇ ਸਿੱਖ ਸ਼ਸਤਰਧਾਰੀ ਬਣ। ਅਗਲੀ ਵਿਸਾਖੀ ਜਦ ਆਨੰਦਪੁਰ ਆਉਣ ਤਾਂ ਸਕੇਸ਼ ਤੇ ਸ਼ਸਤਰ ਪਹਿਨੇ ਹੋਣ। ਇਸ ਤਰ੍ਹਾਂ ਔਰੰਗਜ਼ੇਬ ਵਾਲੇ ਫਰਮਾਨ ਵਿੱਚ ਦੂਜੇ ਹੁਕਮ ਜਮੀਅਤ ਇਕੱਠੀ ਨਾ ਕਰੇ ਦਾ ਢੁਕਵਾਂ ਉੱਤਰ ਦਿੱਤਾ। ਔਰੰਗਜ਼ੇਬ ਦਾ ਮਕਸਦ ਸੀ ਕਿ ਸਿੱਖ ਇੱਕ ਥਾਵੇਂ ਇਕੱਠੇ ਨਾ ਹੋਣ, ਪਰ ਹੁਣ ਸਗੋਂ ਦੂਰ ਦੂਰ ਦੇਸ਼ਾਂ ਤੋਂ ਸਿੱਖ ਸਕੇਸ਼ ਆਨੰਦਪੁਰ ਵੱਲ ਚੱਲ ਪਏ। ਰਸਦਾਂ ਰਕਮਾਂ ਵੀ ਬਹੁਤ ਆਉਣ ਲੱਗ ਪਈਆਂ। ਔਰੰਗਜ਼ੇਬ ਦਾ ਇੱਕ ਹੋਰ ਫਰਮਾਨ। ਜਦ ਔਰੰਗਜ਼ੇਬ ਨੂੰ ਪਹਿਲੇ ਫਰਮਾਨ ਦਾ ਉੱਤਰ ਅਤੇ ਫਿਰ ਖੁਫੀਆ ਪਾਸੋਂ ਆਨੰਦਪੁਰ ਘੋੜੇ ਅਤੇ ਸ਼ਸਤਰਧਾਰੀ ਸਿੱਖਾਂ ਦੇ ਇਕੱਠਾ ਹੋਣ ਦੀ ਖਬਰ ਮਿਲੀ ਤਾਂ ਉਸ ਨੇ 13 ਫਰਵਰੀ 1684 ਮੰਗਲਵਾਰ ਨੂੰ ਇੱਕ ਹੋਰ ਫਰਮਾਨ ਕਿਲਕਿਲਾ ਤੋਂ ਹੀ ਜਾਰੀ ਕੀਤਾ। ਉਸ ਵਿੱਚ ਕਿਹਾ ਗਿਆ ਕਿ ਰਾਜਪੂਤਾਂ ਤੋਂ ਬਿਨਾਂ ਹੋਰ ਕਿਸੇ ਕੌਮ ਦਾ ਹਿੰਦੂ ਹਥਿਆਰ ਨਾ ਬੰਨੇ, ਹਾਥੀ, ਪਾਲਕੀ, ਅਰਬੀ ਅਤੇ ਇਰਾਕੀ ਘੋੜੇ ਤੇ ਸਵਾਰ ਨਾ ਹੋਵੇ। ਅਨੋਖਾ ਜਵਾਬ। ਗੁਰੂ ਜੀ ਨੇ ਇਸ ਫਰਮਾਨ ਦਾ ਜਵਾਬ ਵੀ ਅਨੋਖੇ ਢੰਗ ਨਾਲ ਦਿੱਤਾ। ਆਪ ਇਕੱਠੇ ਸਿੰਘਾਂ ਵਿੱਚੋਂ ਚੋਣਵੇਂ ਸੂਰਬੀਰਾਂ ਅਤੇ ਤੀਰਅੰਦਾਜ਼ਾਂ ਦਾ ਜਥਾ ਬਣਾ ਕੇ ਅਤੇ ਨਾਲ ਨਗਾਰੇ, ਨਿਸ਼ਾਨ, ਅਰਬੀ ਘੋੜੇ ਅਤੇ ਹਾਥੀ ਲੈ ਕੇ ਪ੍ਰਚਾਰਕਾਂ ਅਤੇ ਢਾਡੀਆਂ ਸਮੇਤ ਪ੍ਰਚਾਰ ਹਿੱਤ ਆਨੰਦਪੁਰ ਤੋਂ ਨਿਕਲ ਪਏ। 28 ਫਰਵਰੀ 1694 ਨੂੰ ਕੀਰਤਪੁਰ ਰੋਪੜ ਤੋਂ ਹੁੰਦੇ ਹੋਏ ਹਰਿਦੁਆਰ ਪੁੱਜੇ। ਵਿਸਾਖੀ ਦਾ ਮੇਲਾ ਹਰਿਦੁਆਰ ਹੀ ਕੀਤਾ ਅਤੇ ਲੋਕਾਂ ਨੂੰ ਔਰੰਗਜ਼ੇਬ ਦੇ ਹੁਕਮਾਂ ਦਾ ਅਮਲੀ ਟਾਕਰਾ ਕਰਨ ਲਈ ਪ੍ਰੇਰਿਆ। ਔਰੰਗਜ਼ੇਬ ਵਾਰ-ਵਾਰ ਸਖਤੀ ਕਰਨ ਲਈ ਲਿਖਦਾ ਸੀ, ਪਰ ਸਿਆਣਾ ਮਹਾਬਤ ਖਾਂ ਕੱਚਾ ਹੱਥ ਨਹੀਂ ਸੀ ਪਾਉਣਾ ਚਾਹੁੰਦਾ। ਉਹ ਵੀ ਕੁਝ ਚੋਣਵੇਂ ਸਿਪਾਹੀਆਂ ਨੂੰ ਪਹਾੜੀਆਂ ਵਿੱਚ ਗੁਰੀਲਾ ਜੰਗ ਦੀਆਂ ਸਿੱਖਿਆਵਾਂ ਦੇ ਰਿਹਾ ਸੀ। ਉਸ ਨੇ ਦਿਲਾਵਰ ਖਾਨ ਅਤੇ ਉਸ ਦੇ ਪੁੱਤਰ ਦੀ ਉਚੇਚੀ ਨਿਯੁਕਤੀ ਇਸ ਕਾਰਜ ਲਈ ਕੀਤੀ ਹੋਈ ਸੀ। ਅਚਾਨਕ ਹਮਲਾ ਸਤੰਬਰ 1695। ਦਿਲਾਵਰ ਖਾਨ ਦੇ ਜਿਵੇਂ ਇਹ ਹੀ ਕਾਰਜ ਸੀ ਕਿ ਉਹ ਛੁਪ ਕੇ ਰਾਤ ਵੇਲੇ ਆਨੰਦਪੁਰ ਤੇ ਹੱਲਾ ਬੋਲ ਦੇਵੇ। ਦਿਹਾੜੀ ਹਮਲਾ ਅਤੇ ਫਿਰ ਜਿੱਤ ਅਸੰਭਵ ਜਿਹਾ ਕਾਰਜ ਸੀ, ਪਰ ਦਿਲਾਵਰ ਖਾਨ ਨੂੰ ਇਹ ਵੀ ਪਤਾ ਸੀ ਕਿ ਆਨੰਦਪੁਰ ਨੂੰ ਸਤਲੁਜ ਨੇ ਘੇਰਿਆ ਹੋਇਆ ਹੈ ਅਤੇ ਆਨੰਦਪੁਰ ਤੱਕ ਪੁੱਜਣ ਲਈ ਸਤਲੁਜ ਨੂੰ ਪਾਰ ਕਰਨਾ ਪੈਣਾ ਹੈ। ਫਿਰ ਸਤਲੁਜ ਦੇ ਕਿਨਾਰੇ ਹੁਣ ਪੱਕੇ ਕਿਲੇ ਵੀ ਗੁਰੂ ਜੀ ਨੇ ਬਣਾ ਦਿੱਤੇ ਹਨ। ਉਸ ਵਿਚਾਰਿਆ ਕਿ ਭਾਦੋਂ ਦੀ ਇੱਕ ਐਸੀ ਰਾਤ ਚੁਣੀ ਜਾਏ ਜਦ ਬਾਰਿਸ਼ ਰੁਕੀ ਹੋਵੇ ਅਤੇ ਨਾਲੇ ਵਿੱਚ ਪਾਣੀ ਘੱਟ ਹੋਵੇ ਅਤੇ ਸਿੱਖ ਸਿਪਾਹੀ ਮੋਰਚਿਆਂ ਵਿੱਚ ਆਰਾਮ ਕਰ ਰਹੇ ਹੋਣ। ਇੱਕ ਪਹਿਰ ਰਾਤ ਗੁਜ਼ਰੀ ਸੀ ਕਿ ਦਿਲਾਵਰ ਖਾਨ ਦਾ ਬੇਟਾ ਰੁਸਤਮ ਖਾਨ ਫੌਜਾਂ ਸਮੇਤ ਆਨੰਦਪੁਰ ਨੇੜੇ ਨਾਲੇ ਕੰਢੇ ਪੁੱਜ ਗਿਆ। ਇਤਨੇ ਨੂੰ ਐਸੀ ਬਾਰਿਸ਼ ਪਈ ਕਿ ਪਾਣੀ ਭਰ ਗਿਆ। ਕਿਸੇ ਮੁਗਲ ਦਾ ਹੀਆ ਨਾ ਪਿਆ ਕਿ ਨਦੀ ਪਾਰ ਕਰੇ। ਇੱਧਰ ਚੌਂਕੀ ਤੇ ਪਹਿਰਾ ਦਿੰਦਾ ਭਾਈ ਆਲਮ ਜਾਗਦਾ ਸੀ ਅਤੇ ਸਾਵਧਾਨ ਸੀ। ਉਸ ਜਦ ਘੋੜਿਆਂ ਦੀ ਆਵਾਜ਼ ਸੁਣੀ ਤਾਂ ਉਸਨੇ ਦੌੜ ਕੇ ਗੁਰੂ ਜੀ ਨੂੰ ਸੂਹ ਪਹੁੰਚਾਈ। ਉਸ ਸਮੇਂ ਨਗਾਰੇ ਤੇ ਦੂਰੀ ਚੋਟ ਵੱਜ ਗਈ ਅਤੇ ਸਭ ਸਿੱਖ ਫੌਜਾਂ ਸਾਵਧਾਨ ਹੋ ਗਈਆਂ। ਇੱਧਰ ਨਗਾਰੇ ਚੋਟਾਂ ਵੱਜ ਰਹੀਆਂ ਸਨ ਅਤੇ ਉੱਧਰ ਤੀਰ ਅਤੇ ਬੰਦੂਕਾਂ ਚੱਲਣੀਆਂ ਸ਼ੁਰੂ ਹੋ ਗਈਆਂ। ਜਦ ਤੋਪਾਂ ਦੇ ਗੋਲੇ ਤੇ ਤੀਰ ਸਤਲੁਜ ਵਿੱਚ ਅੜ ਖਲੋਤੇ ਮੁਗਲ ਸਿਪਾਹੀਆਂ ਤੇ ਪੈਂਦੇ ਤਾਂ ਉਹ ਪੁਕਾਰਦੇ, ਅੱਲਾ ਬਚਾਓ, ਅੱਲਾ ਬਚਾਓ। ਰੁਸਤਮ ਖਾਨ ਵੀ ਮਦਦ ਲਈ ਨਾ ਵਧਿਆ। ਨਦੀ ਦਾ ਨਾਂ ਪਿੱਛੋਂ ਗੁਰੂ ਜੀ ਨੇ ਹਮੈਤੀ ਨਾਲਾ ਰੱਖਿਆ। ਬਾਰਿਸ਼ ਇਤਨੀ ਸੀ ਕਿ ਮੁਗਲਾਂ ਲਈ ਬੰਦੂਕਾਂ ਉਠਾਉਣੀਆਂ ਵੀ ਅਸੰਭਵ ਹੋ ਗਈਆਂ ਅਤੇ ਨੱਸ ਜਾਣ ਦੀ ਸਲਾਹ ਸਾਥੀਆਂ ਦਿੱਤੀ। ਉਹ ਜੋ ਆਨੰਦਪੁਰ ਕਬਜ਼ਾ ਕਰਨ ਆਏ ਸਨ, ਤੀਰਾਂ ਦੀ ਤਾਬ ਹੀ ਨਾ ਲਿਆ ਸਕੇ ਅਤੇ ਆਪਣੇ ਹਥਿਆਰ ਛੱਡ ਘੋੜਿਆਂ ਨੂੰ ਅੱਡੀ ਲਗਾ ਕੇ ਨੱਸ ਗਏ। ਆਨੰਦਪੁਰ ਸਾਹਿਬ ਦਾ ਤਾਂ ਉਹ ਕੁਝ ਵਿਗਾੜ ਨਾ ਸਕੇ, ਪਰ ਪਿੰਡ ਬਰਵਾਂ ਅਤੇ ਭਲਾਣ ਦਾ ਗੁੱਸਾ ਕੱਢਿਆ। ਗੁਰੂ ਪਾਤਸ਼ਾਹ ਨੇ ਬਚਿੱਤਰ ਨਾਟਕ ਵਿੱਚ ਸਾਰਾ ਵਿਸਥਾਰ ਦਿੰਦੇ ਅਖੀਰ ਲਿਖਿਆ ਕਿ ਭੱਜੇ ਖਾਨ ਖੂਨੀ ਬਿਨਾਂ ਸ਼ਸਤਰ ਝਾਰੇ ਅਤੇ ਸਾਡਾ ਤਾਂ ਕੁਝ ਵਿਗਾੜ ਨਾ ਸਕੇ, ਪਰ ਮਾਸੂਮਾਂ ਬਰਵਾਂ ਤੇ ਭਲਾਣ ਤੇ ਜਾ ਪਏ। ਇਹ ਇਸ ਤਰ੍ਹਾਂ ਹੀ ਸੀ ਜਿਵੇਂ ਕਿਸੇ ਬਾਣੀਏ ਨੂੰ ਮਾਸ ਦਾ ਸਲੂਣਾ ਤਾਂ ਮਿਲ ਨਾ ਸਕੇ, ਪਰ ਝੂਠਾ ਸਵਾਦ ਲੈਣ ਲਈ ਰੋੜਾਂ ਦਾ ਸਲਣਾ ਰਿੰਨ ਕੇ ਖਾਣਾ ਚਾਹੇ, ਤਿਵੇਂ ਇਹਨਾਂ ਮੂਰਖਾਂ ਨੇ ਕੀਤੀ। ਰੁਸਤਮ ਖਾਨ ਨੇ ਆਪਣੇ ਬਾਪ ਦਿਲਾਵਰ ਖਾਨ ਪਾਸ ਹਾਰ ਮੰਨੀ। ਵਾਹਿਗੁਰੂ ਦੀ ਰਹਿਮਤ ਸਦਕਾ ਆਨੰਦਪੁਰ ਦਾ ਕੁਝ ਵਿਗਾੜਿਆ ਨਾ ਜਾ ਸਕਿਆ। ਹੁਸੈਨੀ ਦੀ ਜੰਗ ਹਾਰਿਆ ਦਿਲਾਵਰ ਖਾਂ ਸੂਬੇ ਇਬਰਾਹਿਮ ਦੇ ਮੱਥੇ ਲੱਗਣ ਤੋਂ ਸੰਕੋਚ ਕਰ ਰਿਹਾ ਸੀ। ਦਿਲਾਵਰ ਖਾਨ ਇਸ ਭਾਲ ਵਿੱਚ ਸੀ ਕਿ ਛੇਤੀ ਹੀ ਗੁਰੂ ਜੀ ਨੂੰ ਪਛਾੜਿਆ ਜਾਏ। ਪੁੱਤਰ ਰੁਸਤਮ ਖਾਨ ਨੂੰ ਫਿਟਕਾਰਾਂ ਪਾ ਕੇ ਉਹ ਹੋਰ ਕਿਸੇ ਯੋਧੇ ਦੀ ਭਾਲ ਵਿੱਚ ਜੁਟ ਪਿਆ। ਉਸ ਦੀ ਨਜ਼ਰ ਕਾਂਗੜੇ ਦੇ ਕਿਲੇਦਾਰ ਹੁਸੈਨ ਖਾਨ ਤੇ ਪਈ। ਉਸ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਦਿਲਾਵਰ ਖਾਨ ਨੇ ਇਬਰਾਹਿਮ ਨੂੰ ਲਿਖਿਆ। ਇਬਰਾਹਿਮ ਨੇ ਹਾਂ ਵਿੱਚ ਹਾਂ ਮਿਲਾਈ ਅਤੇ ਹੁਸੈਨ ਖਾਨ ਨੇ ਚੜ੍ਹਾਈ ਕਰ ਦਿੱਤੀ। ਹੁਸੈਨ ਖਾਨ ਨੇ ਪਹਾੜ ਵਿੱਚ ਜ਼ੁਲਮਾਂ ਦਾ ਚੱਕਰ ਹੀ ਚਲਾ ਦਿੱਤਾ। ਪਹਿਲਾਂ ਉਸ ਸਥਾਨ ਨੂੰ ਲੁੱਟਿਆ ਅਤੇ ਫਿਰ ਦਦਵਾਲ ਨੂੰ ਕਬਜ਼ੇ ਵਿੱਚ ਕੀਤਾ। ਕਈ ਰਾਜਪੂਤ ਰਾਜਿਆਂ ਨੂੰ ਉਸ ਬੰਦੀ ਬਣਾ ਲਿਆ ਅਤੇ
ਉਹਨਾਂ ਨੂੰ ਤਸੀਹੇ ਦੇਣ ਲੱਗਾ। ਫਿਰ ਦੂਣ ਦੀ ਪ੍ਰਸਿੱਧ ਮੰਡੀ ਨੂੰ ਵਸਤ ਕੀਤਾ। ਦੂਣ ਤੋਂ ਚੋਖੀ ਰਸਦ ਉਸਦੇ ਹੱਥ ਆਈ। ਰਸਦ ਦਾ ਫਿਕਰ ਦੂਣ ਦੀ ਲੁੱਟ ਨੇ ਮੁਕਾ ਦਿੱਤਾ। ਪਹਾੜੀ ਰਾਜੇ ਘਬਰਾ ਗਏ। ਸਭ ਤੋਂ ਵੱਧ ਘਬਰਾਇਆ ਗੁਲੇਰ ਦਾ ਰਾਜਾ। ਉਸਨੇ ਗੁਰੂ ਜੀ ਤੋਂ ਮਦਦ ਮੰਗੀ। ਗੁਰੂ ਮਹਾਰਾਜ ਨੇ 94 ਸਿੰਘਾਂ ਦਾ ਦਸਤਾ ਭਾਈ ਲਾਲ ਚੰਦ, ਭਾਈ ਗੰਗਾ ਰਾਮ, ਭਾਈ ਅਗੜ ਬਰਾੜ ਅਤੇ ਭਾਈ ਸੰਗਤੀਏ ਦੀ ਅਗਵਾਈ ਹੇਠਾਂ ਭੇਜਿਆ ਕਿ ਹੁਸੈਨ ਖਾਨ ਨੂੰ ਉੱਥੇ ਹੀ ਰੋਕ ਪਾਈ ਜਾਏ। ਪਰ ਕਿਰਪਾਲ ਅਤੇ ਰਾਮ ਸਿੰਘ ਕਟੋਚ ਇਤਨੇ ਡਰ ਗਏ ਕਿ ਉਹ ਹੁਸੈਨ ਖਾਨ ਨਾਲ ਜਾ ਰਲੇ। ਗੁਲੇਰ ਦੀ ਨਾਕਾਬੰਦੀ ਕਰ ਲਈ। ਗੁਲੇਰ ਦੇ ਗੋਪਾਲ ਨੇ 10,000 ਰੁਪਏ ਦੇ ਕੇ ਘੇਰਾ ਉਠਾਉਣਾ ਚਾਹਿਆ ਅਤੇ ਉਹ ਆਪੋਂ ਰੁਪਏ ਲੈ ਕੇ ਹੁਸੈਨ ਖਾਨ ਪਾਸ ਗਿਆ। ਉੱਥੇ ਕਿਰਪਾਲ ਕਟੋਚ ਨੇ ਗੋਪਾਲ ਨੂੰ ਸਿੱਖਾਂ ਕੋਲੋਂ ਮਦਦ ਮੰਗਣ ਤੇ ਬੁਰਾ ਭਲਾ ਕਿਹਾ ਅਤੇ ਕਈ ਜਲੀਆਂ ਘਟੀਆਂ ਸੁਣਾਈਆਂ। ਗੋਪਾਲ ਨੇ ਕਿਰਪਾਲ ਨੂੰ ਦੇਸ਼ ਧਰੋਹੀ ਬੁਜ਼ਦਿਲ ਕਿਹਾ ਜੋ ਹੁਸੈਨ ਖਾਨ ਦੀ ਮਦਦ ਕਰ ਰਿਹਾ ਸੀ। ਕਿਰਪਾਲ ਤੇ ਗੋਪਾਲ ਹੱਥੋਂ ਪਾਈ ਹੋ ਰਹੇ ਸਨ ਤੇ ਜੰਗ ਆਰੰਭ ਹੋ ਗਈ। ਸਿੱਖ ਕਿਲੇ ਤੋਂ ਬਾਹਰ ਹੋ ਗਏ ਸਨ ਕਿ ਹੁਣ ਸੰਧੀ ਹੋ ਗਈ ਹੈ, ਪਰ ਗੋਪਾਲ ਨੂੰ ਘਿਰਿਆ ਦੇਖ ਸਿੱਖ ਫੌਜਾਂ ਨੇ ਹੁਸੈਨ ਖਾਨ ਦੀਆਂ ਫੌਜਾਂ ਤੇ ਹੱਲਾ ਬੋਲ ਦਿੱਤਾ। ਹਰੀ ਸਿੰਘ ਨੇ ਕਰਾਰੇ ਹੱਥ ਦਿਖਾਏ। ਹਿੰਮਤ ਅਤੇ ਹੁਸੈਨ ਦਾ ਟਾਕਰਾ ਭਾਈ ਕੀਮਤ ਨੇ ਕੀਤਾ। ਇੱਧਰ ਜਸਵਾਲ ਨੂੰ ਹੁਸੈਨ ਨੇ ਘੇਰ ਲਿਆ ਅਤੇ ਉੱਥੇ ਹੀ ਜਸਵਾਲ ਨੂੰ ਡੇਗ ਲਿਆ, ਪਰ ਉਸ ਵੀ ਡਿੱਗਦੇ ਡਿੱਗਦੇ ਐਸਾ ਵਾਰ ਕੀਤਾ ਕਿ ਹੁਸੈਨ ਦੇ ਪ੍ਰਾਣ ਨਿਕਲ ਗਏ। ਮਹਾਰਾਜ ਦੇ ਸ਼ਬਦਾਂ ਵਿੱਚ ਭਲੀ ਭਾਂਤ ਸੋ ਅਸਤਰ ਓ ਸ਼ਸਤਰ ਝਾਰੇ, ਗਿਰੇ ਪਿਸਤ ਕੋ ਖਾਨ ਹੁਸੈਨੀ ਸਿਧਾਰੇ। ਹੁਸੈਨ ਖਾਨ ਨੂੰ ਮਰਦੇ ਦੇਖ ਕਿਰਪਾਲ ਤੇ ਹਿੰਮਤ ਅੱਗੇ ਵਧੇ, ਪਰ ਭਾਈ ਕੀਮਤ ਨੇ ਅੱਗੇ ਹੋ ਕੇ ਦੋਹਾਂ ਨੂੰ ਰੋਕ ਲਿਆ। ਭਾਈ ਹਰੀ ਸਿੰਘ ਨੇ ਕਰਾਰੇ ਹੱਥ ਦਿਖਾਏ। ਚੰਦੇਲ ਦਾ ਰਾਜਾ ਵੀ ਦਿਲ ਖੋਲ ਕੇ ਲੜਿਆ ਤੇ ਕਿਰਪਾਲ ਤੇ ਹਿੰਮਤ ਨੂੰ ਰੋਕ ਪਾਉਣੀ ਚਾਹੀ, ਪਰ ਉਹ ਅੱਗੇ ਹੀ ਵਧਦੇ ਗਏ। ਜਦ ਐਸਾ ਭਾਈ ਸੰਗਤ ਰਾਏ ਨੇ ਡਿੱਠਾ ਤਾਂ ਉਹ ਆਪਣੇ 7 ਘੋੜ ਸਵਾਰਾਂ ਨਾਲ ਐਸਾ ਜੂਝਿਆ ਕਿ ਕਟੋਚੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਭਾਈ ਦਾਰੂ ਨੇ ਵੀ ਮਰਦਾਨਗੀ ਦੀ ਹੱਦ ਦੱਸੀ। ਇਸ ਹੱਲੇ ਵਿੱਚ ਹੀ ਹਿੰਮਤ ਜ਼ਖਮੀ ਹੋ ਕੇ ਡਿੱਗ ਪਿਆ। ਕਿਰਪਾਲ ਵੀ ਮੂੰਹ ਬਣਾ ਬੈਠਾ ਅਤੇ ਉਸਦਾ ਸਾਥੀ ਕਿਰਪਾ ਰਾਮ ਉੱਥੇ ਹੀ ਢੇਰ ਹੋ ਗਿਆ। ਕਿਰਪਾਲ ਨੂੰ ਡਿੱਗਦਾ ਦੇਖ ਉਸਦੇ ਸਾਰੇ ਹੀ ਸਾਥੀ ਨੱਸ ਗਏ। ਭਾਈ ਰਾਮ ਸਿੰਘ ਨੇ ਗੋਪਾਲ ਨੂੰ ਕਿਹਾ ਕਿ ਸਾਰੀ ਸ਼ਰਾਰਤ ਦੀ ਜੜ ਹਿੰਮਤ ਸੀ, ਜਿਸ ਨੇ ਕਿਰਪਾਲ ਨੂੰ ਚੁੱਕ ਦਿੱਤੀ ਸੀ, ਸੋ ਉਸ ਨੂੰ ਸੁੱਕਾ ਜਾਣ ਦੇਣਾ ਨੀਤੀ ਨਹੀਂ। ਇਹ ਸੁਣਦੇ ਸਾਰ ਹੀ ਗੋਪਾਲ ਨੇ ਹਿੰਮਤ ਨੂੰ ਮਾਰ ਮੁਕਾਇਆ ਅਤੇ ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਜਿੱਤ ਫਿਰ ਸਿੱਖਾਂ ਦੀ ਹੋਈ। ਇਸ ਜੰਗ ਨਾਲ ਵੀ ਸਿੱਖਾਂ ਦੇ ਹੌਸਲੇ ਵਧੇ। ਭਾਵੇਂ ਕਈ ਪ੍ਰਸਿੱਧ ਸਿੱਖ ਇਸ ਜੰਗ ਵਿੱਚ ਸ਼ਹੀਦ ਹੋ ਗਏ ਸਨ। ਸ਼ਹੀਦ ਹੋਣ ਵਾਲਿਆਂ ਵਿੱਚ ਭਾਈ ਸੰਗਤ ਰਾਏ ਜੀ ਸਨ। ਇਹ ਜੰਗ ਫਰਵਰੀ 1696 ਨੂੰ ਹੋਇਆ। ਇਸ ਜੰਗ ਦਾ ਵਿਸਥਾਰ ਦਿੰਦੇ ਮਹਾਰਾਜ ਨੇ ਲਿਖਿਆ ਸੀ ਕਿ ਵਾਹਿਗੁਰੂ ਦੀ ਰਹਿਮਤ ਸਦਕਾ ਸਾਡਾ ਕੁਝ ਨਾ ਵਿਗੜ ਸਕਿਆ ਤੇ ਸ਼ਾਸਤਰਾਂ ਦੀ ਮਾਰ ਹੋਰ ਥਾਂ ਵਗੀ। ਸੰਗਤਾਂ ਨੂੰ ਸੰਬੋਧਨ ਕਰਦੇ ਬਚਨ ਕੀਤੇ ਸਨ ਕਿ ਭਾਵੇਂ ਯੁੱਧ ਹੋਵੇ, ਭਾਵੇਂ ਸੁਲ੍ਹਾ ਦੀ ਘੜੀ, ਭਾਵੇਂ ਅਗਵਾਈ ਦੀ ਸੇਵਾ ਮਿਲੇ ਜਾਂ ਪਿੱਛੇ ਟੁਰਨ ਦੀ, ਸੱਚ ਦਾ ਪੱਲਾ ਨਹੀਂ ਛੱਡਣਾ। ਲਿਵ ਦੀ ਬਰਕਤ ਵਾਲੇ ਨੂੰ ਕਦੇ ਕਾਂਪ ਨਹੀਂ ਖਾਣੀ ਪੈਂਦੀ। ਵਿਸਾਖੀ ਸਮੇਂ ਹਮਲਾ। ਦਿਲਾਵਰ ਖਾਨ ਨੇ ਜਦ ਹੁਸੈਨ ਖਾਨ ਦੀ ਮ੍ਰਿਤੂ ਦੀ ਖਬਰ ਸੁਣੀ ਤਾਂ ਬਹੁਤ ਪਰੇਸ਼ਾਨ ਹੋਇਆ ਅਤੇ ਉਸ ਨੇ ਰਾਜ ਸਿੰਘ ਪੰਮੇ ਅਤੇ ਜੁਝਾਰ ਸਿੰਘ ਹਾਂਡਾ ਨੂੰ ਵਿਸਾਖੀ ਤੇ ਇਕੱਠੇ ਸਿੱਖਾਂ ਅਤੇ ਆਨੰਦਪੁਰ ਹਮਲਾ ਕਰਨ ਲਈ ਹੁਕਮ ਦਿੱਤਾ। ਦਿਲਾਵਰ ਹੁਣ ਸਿੱਧਾ ਸਾਹਮਣੇ ਨਹੀਂ ਸੀ ਆਉਣਾ ਚਾਹੁੰਦਾ, ਪਰ ਇੱਧਰ ਗੁਰੂ ਜੀ ਨੂੰ ਸੂਹ ਪਹਿਲਾਂ ਹੀ ਮਿਲ ਗਈ ਸੀ। ਉਹਨਾਂ ਵੀ ਇੱਕ ਰਾਜਪੂਤ ਗੱਜ ਸਿੰਘ ਨੂੰ ਅੱਗੋਂ ਭੇਜਿਆ ਕਿ ਰਾਜ ਸਿੰਘ ਨੂੰ ਰਾਹ ਵਿੱਚ ਹੀ ਰੋਕ ਪਾਈ ਜਾਏ। ਰਾਜ ਸਿੰਘ ਨੇ ਰਸਤੇ ਦੇ ਮੁੱਖ ਪਿੰਡ ਭੁਲਾਨ ਤੇ ਕਬਜ਼ਾ ਕਰਕੇ ਮੋਰਚਾ ਲਗਾ ਲਿਆ। ਰਾਜ ਸਿੰਘ ਅਤੇ ਜੁਝਾਰ ਸਿੰਘ ਨੇ ਰਾਤ ਨੂੰ ਹੱਲਾ ਬੋਲ ਦਿੱਤਾ, ਪਰ ਗੱਜ ਸਿੰਘ ਦੀਆਂ ਫੌਜਾਂ ਅੱਗੇ ਉਹ ਟਿਕ ਨਾ ਸਕਿਆ ਅਤੇ ਨੱਸ ਕੇ ਜਾਨ ਬਚਾਈ। ਇਸ ਹੱਲੇ ਵਿੱਚ ਜੁਝਾਰ ਸਿੰਘ ਮਾਰਿਆ ਗਿਆ ਅਤੇ ਜਿੱਤ ਸਿੱਖ ਫੌਜਾਂ ਦੀ ਹੋਈ ਅਤੇ ਵਿਸਾਖੀ ਦਾ ਇਕੱਠ ਉਸੇ ਸ਼ਾਨ ਨਾਲ ਹੋਇਆ। ਮੁਹੱਬਤ ਖਾਂ ਇਬਰਾਹਿਮ ਦੀ ਮੌਤ ਅਤੇ ਮੁਅੱਜ਼ਮ ਨੂੰ ਪੰਜਾਬ ਭੇਜਣਾ। ਮੁਹੱਬਤ ਖਾਂ ਭਾਵੇਂ ਇੱਕ ਸੁਚੱਜਾ ਜਰਨੈਲ ਅਤੇ ਤਕੜਾ ਪ੍ਰਬੰਧਕ ਸੀ, ਪਰ ਉਸਦੀ ਸਿਹਤ ਢਿੱਲੀ ਰਹਿੰਦੀ ਸੀ। ਮਾਰਚ 1696 ਵਿੱਚ ਉਸਦੀ ਮ੍ਰਿਤੂ ਹੋ ਗਈ। ਉਸਦੀ ਮੌਤ ਨਾਲ ਪੰਜਾਬ ਦਾ ਸਾਰਾ ਢਾਂਚਾ ਹੀ ਵਿਗੜ ਗਿਆ ਅਤੇ ਔਰੰਗਜ਼ੇਬ ਨੂੰ ਇਹ ਫਿਕਰ ਖਾਣ ਲੱਗਾ ਕਿ ਪਹਾੜੀ ਰਾਜਿਆਂ ਤੋਂ ਖਿਰਾਜ ਕੌਣ ਉਗਰਾ ਕੇ ਦੇਵੇਗਾ ਅਤੇ ਪੰਜਾਬ ਦਾ ਪ੍ਰਬੰਧ ਕੌਣ ਸੰਭਾਲੇਗਾ। ਸੂਝ ਤੋਂ ਕੰਮ ਲੈਂਦੇ ਹੋਏ ਔਰੰਗਜ਼ੇਬ ਨੇ ਮੁਅੱਜ਼ਮ ਨੂੰ, ਜਿਸ ਨੂੰ ਪਿਛਲੇ ਸਾਲ ਮਈ 1695 ਈਸਵੀ ਹੀ ਕੈਦ ਤੋਂ ਰਿਹਾ ਕੀਤਾ ਗਿਆ ਸੀ, ਪੰਜਾਬ ਦਾ ਗਵਰਨਰ ਥਾਪ ਅਤੇ ਮੁਲਤਾਨ ਤੇ
ਕਾਬਲ ਦਾ ਪ੍ਰਬੰਧ ਵੀ ਠੀਕ ਕਰਨ ਦੀ ਹਦਾਇਤ ਕਰਕੇ ਪੰਜਾਬ ਭੇਜਿਆ। ਮੁਅੱਜ਼ਮ ਨੇ ਪਿਤਾ ਔਰੰਗਜ਼ੇਬ ਨੂੰ ਯਕੀਨ ਵੀ ਦਿਵਾਇਆ ਸੀ ਕਿ ਉਹ ਹਰ ਹੀਲੇ ਸ਼ਾਹੀ ਖਜ਼ਾਨੇ ਨੂੰ ਭਰੀ ਰੱਖੇਗਾ। ਉਹ ਸਮਝਦਾ ਸੀ ਕਿ ਜੇ ਮਾਲ ਧਨ ਕਿਧਰੋਂ ਮਿਲ ਸਕਦਾ ਹੈ ਤਾਂ ਪਹਾੜੀ ਰਾਜਿਆਂ ਕੋਲੋਂ। ਉਹ ਇਹ ਵੀ ਜਾਣਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਕੋਈ ਮੱਲਾ ਨਹੀਂ ਮਾਰ ਰਹੇ, ਪਰ ਦੱਖਣ ਵਿੱਚ ਇਹ ਹੀ ਕਹਿ ਕੇ ਟੁਰਿਆ ਕਿ ਅਨੰਦਪੁਰ ਨੂੰ ਨਹੀਂ ਰਹਿਣ ਦਿੱਤਾ ਜਾਏਗਾ। 13 ਜੁਲਾਈ 1696 ਨੂੰ ਨਵਾਬੀ ਸੰਭਾਲਦੇ ਸਾਰ ਉਸ ਮਿਰਜ਼ਾ ਜਾਫਰ ਬੇਗ ਨੂੰ ਘਰ ਘਰਾਉਣ ਲਈ ਵੱਡੀ ਫੌਜ ਦੇ ਕੇ ਪਹਾੜਾਂ ਵੱਲ ਭੇਜ ਦਿੱਤਾ। ਗੁਰੂ ਜੀ ਦੀ ਸੰਭਾਲ। ਗੁਰੂ ਜੀ ਨੂੰ ਵੀ ਸੂਹਾਂ ਮਿਲ ਰਹੀਆਂ ਸਨ ਕਿ ਮੁਅੱਜ਼ਮ 8 ਸਾਲ ਦੀ ਕੈਦ ਬਾਅਦ ਪੰਜਾਬ ਆ ਰਿਹਾ ਹੈ। ਉਸ ਦੇ ਜਿੰਮੇ ਧਨ ਮਾਲ ਇਕੱਠਾ ਕਰਨ ਦਾ ਕਾਰਜ ਲਗਾਇਆ ਗਿਆ ਹੈ। ਭਾਵੇਂ ਭਾਈ ਨੰਦ ਲਾਲ ਜੀ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਅਜ਼ਮਤ ਬਾਰੇ ਬਹਾਦਰ ਸ਼ਾਹ ਬਹੁਤ ਕੁਝ ਸੁਣ ਚੁੱਕਾ ਸੀ, ਪਰ ਗੁਰੂ ਜੀ ਮਹਿਸੂਸ ਕਰਦੇ ਸਨ ਕਿ ਪਿਓ ਔਰੰਗਜ਼ੇਬ ਦੀ ਨਾਰਾਜ਼ਗੀ ਦੂਰ ਕਰਨ ਲਈ ਉਹ ਅਨੰਦਪੁਰ ਤੇ ਜ਼ਰੂਰ ਹੱਲਾ ਬੋਲੇਗਾ। ਗੁਰੂ ਜੀ ਨੇ ਸੰਭਾਲ ਕਰਨੀ ਜ਼ਰੂਰੀ ਜਾਣੀ। ਫੌਜਾਂ ਨੂੰ ਵੀ ਨਵੇਂ ਸਿਰਿਓਂ ਇਕੱਠਾ ਕਰਨਾ ਜ਼ਰੂਰੀ ਸਮਝਿਆ। ਦੂਰ ਦਰਾਡੇ ਹੁਕਮਨਾਮੇ ਭੇਜ ਕੇ ਹਥਿਆਰ ਮੰਗਵਾਉਣ ਤੇ ਕਾਫੀ ਸਮਾਂ ਲੱਗ ਜਾਣਾ ਸੀ। ਇਸ ਲਈ ਗੁਰੂ ਜੀ ਨੇ ਮਾਲਵੇ ਦੀਆਂ ਸੰਗਤਾਂ ਅਤੇ ਮੁਖੀਆਂ ਦੇ ਨਾਂ ਹੁਕਮਨਾਮੇ ਲਿਖੇ ਕਿ ਤੁਰੰਤ ਹਥਿਆਰ, ਘੋੜੇ ਅਤੇ ਸਿੱਖ ਭੇਜਣ। ਸਿੱਖ ਸਿਰ ਧੜ ਦੀ ਬਾਜੀ ਲਾ ਕੇ ਅਨੰਦਪੁਰ ਪੁੱਜਣੇ ਆਰੰਭ ਹੋ ਗਏ। 26 ਜੂਨ 1696 ਨੂੰ ਮੁਅੱਜ਼ਮ ਪੰਜਾਬ ਵੱਲ ਤੁਰਿਆ ਸੀ ਅਤੇ ਉਸ ਮਹੀਨੇ ਗੁਰੂ ਮਹਾਰਾਜ ਨੇ ਭਾਈ ਤਿਲੋਕਾ ਅਤੇ ਭਾਈ ਰਾਮ ਫੂਲਕੀਆਂ ਮਿਸਲ ਦੇ ਵਡੇਰਿਆਂ ਨੂੰ ਹੁਕਮਨਾਮੇ ਭੇਜੇ। ਇਸ ਹੁਕਮਨਾਮੇ ਦੇ ਸ਼ਬਦ ਪੜ੍ਹਨ ਨਾਲ ਸੰਬੰਧ ਰੱਖਦੇ ਹਨ। ਸ਼੍ਰੀ ਗੁਰੂ ਜੀ ਕੀ ਆਗਿਆ ਹੈ। ਭਾਈ ਤਿਲੋਕਾ, ਭਾਈ ਰਾਮਾ, ਸਰਬੱਤ ਸੰਗਤ ਗੁਰੂ ਰੱਖੇਗਾ। ਤੁਧ ਜਮੀਅਤ ਲੈ ਕੇ ਸਾਡੇ ਹਜੂਰ ਆਵਣਾ। ਮੇਰੀ ਤੇਰੇ ਉੱਪਰ ਬਹੁਤ ਖੁਸ਼ੀ ਹੈ। ਤੇਰਾ ਘਰ ਮੇਰਾ ਹੈ। ਤੁਧ ਹੁਕਮ ਦੇਖਦਿਆਂ ਛੇਤੀ ਹੀ ਸਾਡੇ ਹਜੂਰ ਆਵਣਾ। ਤੇਰਾ ਘਰ ਮੇਰਾ ਅਸੈ। ਤੁਧ ਸ਼ਤਾਬੀ ਹੁਕਮ ਦੇਖਦਿਆਂ ਹੀ ਆਵਣਾ। ਤੁਸਾਂ ਅਸਵਾਰ ਲੈ ਕੇ ਆਵਣਾ, ਜ਼ਰੂਰ ਆਵਣਾ। ਤੇਰੇ ਉੱਪਰ ਸਾਡੀ ਖਰੀ ਮਿਹਰਬਾਨਗੀ ਅਸੈ। ਤੈ ਆਵਣਾ। ਇੱਕ ਇੱਕ ਜੋੜਾ ਭੇਜਾ ਹੈ ਰਖਾਵਣਾ। ਭਾਦੋ 2 ਸੰਮਤ 1753। ਇੱਕ ਹੋਰ ਹੁਕਮਨਾਮੇ ਵਿੱਚ ਲਿਖਿਆ ਕਿ ਘੋੜੇ ਲੈ ਕੇ ਆਵਣਾ। ਉਸ ਹੁਕਮਨਾਮੇ ਦੇ ਸ਼ਬਦ ਇਸ ਪ੍ਰਕਾਰ ਹਨ। ਭਾਈ ਰਾਮਾ, ਭਾਈ ਤਿਲੋਕਾ, ਸੰਗਤ ਗੁਰੂ ਰੱਖੇਗਾ। ਤੁਸਾਂ ਅਸਵਾਰ ਲੈ ਕੇ ਆਵਣਾ, ਜ਼ਰੂਰ ਆਵਣਾ। ਤੇਰੇ ਤੇ ਸਾਡੀ ਭਾਰੀ ਮਿਹਰਬਾਨਗੀ ਹੈ। ਤੁਸਾਂ ਆਵਣਾ। ਇਸੇ ਤਰ੍ਹਾਂ ਭਾਈ ਸਾਧੂ, ਭਾਈ ਰੂਪਾ ਜੋ ਗੁਰੂ ਹਰਗੋਬਿੰਦ ਜੀ ਦੇ ਸਮੇਂ ਤੋਂ ਸਿੱਖੀ ਪ੍ਰਚਾਰ ਕਰ ਰਹੇ ਸਨ, ਦੇ ਸੁਪੁੱਤਰ ਭਾਈ ਸੁਖੀਆ ਜੀ ਨੂੰ ਅਸਵਾਰ, ਪਿਆਦਾ ਫੌਜ, ਬੰਦੂਕਾਂ ਅਤੇ ਜਮੀਅਤ ਲਿਆਉਣ ਲਈ ਲਿਖਿਆ। ਏਕ ਓਂਕਾਰ ਸਤਿਗੁਰ ਜੀ। ਸ਼੍ਰੀ ਸਤਿਗੁਰ ਜੀਓ ਕੀ ਆਗਿਆ ਹੈ। ਭਾਈ ਸੁਖੀਆ, ਸਰਬੱਤ ਸੰਗਤ ਰੂਪੇ ਕੀ ਗੁਰੂ ਰੱਖੇਗਾ। ਸੰਗਤ ਗੁਰੂ ਗੁਰੂ ਜਪਣਾ ਜਨਮ ਸਿਉ ਰਹੇਗਾ। ਅਸਵਾਰ, ਪਿਆਦੇ, ਬੰਦੂਕਾਂ, ਜਮੀਅਤ ਲੈ ਕੇ ਤੁਸਾਂ ਆਵਣਾ। ਹੁਕਮਨਾਮਿਆਂ ਦੇ ਪੁੱਜਣ ਦੀ ਢਿੱਲ ਸੀ ਕਿ ਸੰਗਤਾਂ ਨੇ ਵਹੀਰਾਂ ਪਾ ਦਿੱਤੀਆਂ। ਅਨੰਦਪੁਰ ਹਰ ਟਾਕਰੇ ਲਈ ਤਿਆਰ ਹੋ ਗਿਆ, ਪਰ ਬੁਜ਼ਦਿਲਾਂ ਨੇ ਨੱਸਣਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਸ਼ਹਿਰੀਆਂ ਨੂੰ ਰੋਕਣਾ ਚਾਹਿਆ, ਪਰ ਸ਼ਹਿਰੀ ਕੀਮਤੀ ਸਮਾਨ ਲੈ ਕੇ ਭੱਜ ਉੱਠੇ। ਉਧਰੋਂ ਜਾਫਰ ਬੇਗ ਨੇ ਅਨੰਦਪੁਰ ਤੇ ਧਾਵਾ ਬੋਲਣ ਦੀ ਵਿਉਂਤ ਬਣਾਈ, ਪਰ ਜਦ ਗੁਰੂ ਜੀ ਦੇ ਸਰਬ ਸਾਂਝੇ ਉਪਦੇਸ਼ਾਂ ਦਾ ਉਸ ਨੂੰ ਪਤਾ ਲੱਗਾ ਤਾਂ ਉਸਨੇ ਅਨੰਦਪੁਰ ਹੱਲਾ ਕਰਨ ਦਾ ਖਿਆਲ ਛੱਡ ਦਿੱਤਾ ਅਤੇ ਮੂੰਹ ਪਹਾੜੀ ਰਾਜਾਂ ਵੱਲ ਕਰ ਲਿਆ। ਬਹਾਦਰ ਸ਼ਾਹ ਦਾ ਆਉਣਾ ਸੁਣ ਪਹਾੜੀ ਰਾਜੇ ਡਰ ਗਏ ਅਤੇ ਕੀਮਤੀ ਮਾਲ ਅਸਬਾਬ ਲੈ ਕੇ ਦੂਰ ਟਿਕਾਣਿਆਂ ਤੇ ਜਾ ਕੇ ਲੁਕ ਗਏ। ਮੁਗਲ ਫੌਜਾਂ ਨੂੰ ਸ਼ੋਅ ਮਿਲ ਗਈ ਅਤੇ ਉਹਨਾਂ ਭਾਈ ਦੇ ਰਾਜਿਆਂ ਦੇ ਮਾਲ ਖਜ਼ਾਨੇ ਨੂੰ ਲੁੱਟ ਲਿਆ। ਰਾਜਿਆਂ ਕਰ ਦੇਣ ਤੋਂ ਸਿਵਾ ਕੋਈ ਚਾਰਾ ਹੀ ਨਾ ਜਾਣਿਆ। ਉਧਰੋਂ ਔਰੰਗਜ਼ੇਬ ਵਾਰ-ਵਾਰ ਅਨੰਦਪੁਰ ਤੇ ਹਮਲਾ ਕਰਨ ਲਈ ਲਿਖ ਰਿਹਾ ਸੀ, ਪਰ ਬਹਾਦਰ ਸ਼ਾਹ ਨੇ ਤਸੱਲੀ ਕਰ ਲਈ ਸੀ ਕਿ ਫਿਤਨਾ ਪਹਾੜੀ ਰਾਜੇ ਹੀ ਸਨ, ਸੋ ਇਸੇ ਭਾਵ ਦੀ ਰਿਪੋਰਟ ਉਸ ਔਰੰਗਜ਼ੇਬ ਨੂੰ ਭੇਜ ਦਿੱਤੀ। ਬਹਾਦਰ ਸ਼ਾਹ ਨੇ ਪਹਾੜੀ ਰਾਜਿਆਂ ਤੇ 4 ਮੁਹਿੰਮਾਂ ਚਾੜ ਕੇ ਰਹਿੰਦੇ ਘਰ ਵੀ ਵਸੂਲ ਕਰ ਲਏ। ਜੋ ਅਨੰਦਪੁਰ ਵਿੱਚ ਟਿਕੇ ਰਹੇ, ਸਿਰਫ ਉਹ ਹੀ ਬਚੇ ਜੋ ਅਨੰਦਪੁਰ ਛੱਡ ਪਹਾੜੀਆਂ ਤੇ ਚੜੇ ਅਤੇ ਓਲੇ ਲੱਭਦੇ ਫਿਰੇ। ਉਹ ਸਭ ਕੁਝ ਗੁਆ ਬੈਠੇ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਲਿਖਿਆ ਕਿ ਉਹ ਸਭ ਲੁੱਟੇ ਮਾਰੇ ਗਏ ਜੋ ਗੁਰੂ ਦੀ ਸ਼ਰਨ ਛੱਡ ਨਸੇ ਸਨ। ਅਸਲ ਗੱਲ ਇਹ ਵੀ ਸੀ ਕਿ ਬਹਾਦਰ ਸ਼ਾਹ
ਗੁਰੂ ਜੀ ਨੂੰ ਦਰਵੇਸ਼ ਕਹਿੰਦਾ ਸੀ ਅਤੇ ਭਾਈ ਨੰਦ ਲਾਲ ਜੀ ਦੇ ਅਨੰਦਪੁਰ ਸਾਹਿਬ ਹੋਣ ਨਾਲ ਉਹ ਸਗੋਂ ਮਦਦ ਲੋੜਦਾ ਸੀ। ਉਹ ਜਾਣਦਾ ਸੀ ਕਿ ਤਖਤ ਨਸ਼ੀਨੀ ਦੀ ਜੰਗ ਵੇਲੇ ਗੁਰੂ ਜੀ ਦੀ ਅਸੀਸ ਸਹਾਇਤਾ ਬਹੁਤ ਕੰਮ ਸਵਾਰੇਗੀ। ਅਨੰਦਪੁਰ ਜੋ ਵਾਤਾਵਰਨ ਸੀ ਉਸ ਨੂੰ ਇਲਾਹੀ ਕਹਿੰਦਾ ਸੀ। ਔਰੰਗਜ਼ੇਬ ਦੀ ਧਨ ਦੀ ਲੋੜ ਅਤੇ ਬਹਾਦਰ ਸ਼ਾਹ ਦੀ ਅਮਨ ਦੀ ਜ਼ਰੂਰਤ ਪੂਰੀ ਹੋ ਗਈ। ਮਾਰਚ 1697 ਰੰਗੜਾਂ ਦੀਆਂ ਸ਼ਰਾਰਤਾਂ। ਲਾਹੌਰ ਅਤੇ ਪਹਾੜੀ ਰਾਜਿਆਂ ਨੇ ਸਿੱਧੇ ਹਮਲੇ ਤਾਂ ਅਨੰਦਪੁਰ ਤੇ ਕੁਝ ਚਿਰ ਲਈ ਬੰਦ ਕਰ ਦਿੱਤੇ, ਪਰ ਜੋ ਨਫ਼ਰਤ ਦਾ ਜਜ਼ਬਾ ਤਵੱਸਬੀਆਂ ਵਿੱਚ ਗੁਰੂ ਅਤੇ ਸਿੱਖਾਂ ਵਿਰੁੱਧ ਭਰਿਆ ਜਾ ਚੁੱਕਾ ਸੀ, ਉਹ ਨਿੱਤ ਨਵੇਂ ਬਖੇੜੇ ਪਾਉਂਦਾ ਹੀ ਰਹਿੰਦਾ ਸੀ। ਸਿੱਖ ਭਾਵੇਂ ਸ਼ਸਤਰਧਾਰੀ ਹੋ ਰਹੇ ਸਨ, ਪਰ ਫਿਰ ਵੀ ਬਹੁਤਿਆਂ ਨੇ ਹਥਿਆਰ ਧਾਰਨ ਨਹੀਂ ਸਨ ਕੀਤੇ। ਵਿਸਾਖੀ ਨੂੰ ਜਦ ਸਿੱਖ ਅਨੰਦਪੁਰ ਗੁਰੂ ਦਰਸ਼ਨਾਂ ਨੂੰ ਆਉਂਦੇ ਤਾਂ ਉਹਨਾਂ ਪਾਸ ਸਾਲ ਭਰ ਦੀ ਇਕੱਠੀ ਕੀਤੀ ਦਸਵੰਧ ਦੀ ਰਕਮ ਅਤੇ ਹੋਰ ਕੀਮਤੀ ਭਟਾਵਾਂ ਹੁੰਦੀਆਂ ਸਨ। ਹੁਸ਼ਿਆਰਪੁਰ ਰੰਗੜਾਂ ਦਾ ਇਲਾਕਾ ਸੀ। ਰੰਗੜਾਂ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਗੁਰੂ ਜੀ ਨੇ ਵੀ ਰਾਹਾਂ ਤੋਂ ਆਪਣੀਆਂ ਫੌਜਾਂ ਹਟਾ ਲਈਆਂ ਹਨ। ਉਹਨਾਂ ਮੌਕਾ ਚੰਗਾ ਜਾਣ ਹਮਲਾ ਬੋਲ ਦਿੱਤਾ। ਜਦ ਗੁਰੂ ਜੀ ਨੂੰ ਇਸ ਘਟਨਾ ਦੀ ਖਬਰ ਪੁੱਜੀ ਤਾਂ ਉਸ ਸਮੇਂ 94 ਜਰਨੈਲ ਭੇਜੇ, ਜਿਨ੍ਹਾਂ ਰੰਗੜਾਂ ਨੇ ਅਤਿਆਚਾਰ ਕੀਤੇ ਸਨ। ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਅਤੇ ਸਾਰਾ ਮਾਲ ਸਬਾਬ ਵਾਪਸ ਲਿਆਂਦਾ। ਆਚਰਣ ਦਾ ਸ਼ਿਖਰ। ਮਾਲ ਸਬਾਬ ਨਾਲ ਹੀ ਸਿੱਖ ਫੌਜ ਨੇ ਰੰਗੜਾਂ ਦੀ ਇੱਕ ਲੜਕੀ ਵੀ ਚੁੱਕ ਲਿਆਂਦੀ। ਗੁਰੂ ਜੀ ਨੇ ਜਦ ਉਸ ਲੜਕੀ ਨੂੰ ਬੰਦੀ ਵਿੱਚ ਦੇਖਿਆ ਤਾਂ ਬਹੁਤ ਹੀ ਗੁੱਸੇ ਹੋਏ ਅਤੇ ਐਸਾ ਕਰਨ ਤੋਂ ਵਰਜਿਆ ਅਤੇ ਸਨਮਾਨ ਨਾਲ ਲੜਕੀ ਉਸ ਦੇ ਘਰ ਪਹੁੰਚਾਉਣ ਲਈ ਹੁਕਮ ਦਿੱਤਾ। ਸਿੱਖ ਫੌਜਾਂ ਨੇ ਫਿਰ ਵੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹਨਾਂ ਨੂੰ ਬਦਲਾ ਲੈਣ ਦੀ ਆਗਿਆ ਹੋਣੀ ਚਾਹੀਦੀ ਹੈ। ਬਦਲੇ ਤੋਂ ਬਗੈਰ ਤੁਰਕ ਸਿੱਧੇ ਨਹੀਂ ਹੋਣ ਲੱਗੇ। ਨਾਲ ਹੀ ਜੰਗ ਨੀਤੀ ਵੀ ਹੈ, ਚਾਣਕ ਨੀਤੀ ਵੀ ਇਹ ਹੀ ਹੈ। ਇਹ ਵਿਚਾਰ ਸੁਣ ਦਸ਼ਮੇਸ਼ ਪਿਤਾ ਨੇ ਕਿਹਾ ਕਿ ਮੈਂ ਤਾਂ ਐਸੇ ਸਿੱਖ ਬਣਾਉਣੇ ਹਨ ਜੋ ਜੰਗ ਯੁੱਧਾਂ ਵਿੱਚ ਵੀ ਆਪਣਾ ਆਚਰਣ ਕਾਇਮ ਰੱਖਣ, ਹਰ ਵੇਲੇ ਉਹ ਆਚਰਣ ਦੀ ਮੂਰਤ ਦਿਸਣ। ਤੁਰਕਣੀ ਨਾਲ ਸੰਗ ਤਾਂ ਕਦੇ ਵੀ ਨਹੀਂ ਕਰਨਾ, ਬਦਲੇ ਨਹੀਂ ਲੈਣੇ, ਨੀਵੀਂ ਖੁੱਡ ਵਿੱਚ ਨਹੀਂ ਡਿੱਗਣਾ। ਜਦ ਖਾਲਸਾ ਸਾਜਿਆ ਗਿਆ ਤਾਂ ਇਹ ਹੁਕਮ ਕਰ ਦਿੱਤਾ ਗਿਆ ਕਿ ਕੋਈ ਪਰਤਨਗਾਮੀ ਨਾ ਹੋਵੇ ਅਤੇ ਤੁਰਕਣੀ ਨਾਲ ਸੰਗ ਨਾ ਕਰੇ। 4 ਕੁਰਹਿਤਾਂ ਵਿੱਚ ਇੱਕ ਇਹ ਵੀ ਰੱਖੀ। ਇੱਕ ਵਾਰੀ ਇੱਕ ਮਨੁੱਖ ਨੇ ਹਜ਼ੂਰ ਹਾਜ਼ਰ ਹੋ ਕੇ ਅਰਜ਼ੋਈ ਕੀਤੀ ਕਿ ਮਹਾਰਾਜ, ਉਸ ਨੂੰ ਤੁਰਕਾਂ ਨੇ ਤੁਰਕ ਕਰ ਛੱਡਿਆ ਹੈ। ਜ਼ਬਰਦਸਤੀ ਸੁੰਨਤ ਕੀਤੀ। ਮਹਾਰਾਜ ਨੇ ਕਿਹਾ, ਇਸੇ ਤਰ੍ਹਾਂ ਤੁਰਕ ਨਹੀਂ ਹੁੰਦਾ। ਕੋਲੋਂ ਦੂਜੇ ਪੁੱਛਿਆ ਕਿ ਕਦੇ ਤੁਰਕ ਹੁੰਦਾ ਵੀ ਹੈ? ਤਾਂ ਮਹਾਰਾਜ ਨੇ ਕਿਹਾ, ਜਬ ਤੁਰਕਣੀ ਸਾਥ ਸੰਗ ਕਰਤਾ ਹੈ ਤਬ ਹੀ ਤੁਰਕ ਹੋਵਤਾ ਹੈ ਅਤੇ ਹੋਰਤ ਕਿਵੇਂ ਨਹੀਂ ਹੋਵਦਾ। ਭਰਮ ਗੜ ਤੋੜਨਾ। ਭਾਈ ਗੁਰਦਾਸ ਜੀ ਨੇ ਜਦ ਗੁਰੂ ਨਾਨਕ ਜੀ ਦੇ ਆਗਮਨ ਤੋਂ ਪਹਿਲਾਂ ਦੇ ਹਾਲਾਤ ਬਾਰੇ ਵਾਰ ਦੀਆਂ ਪੌੜੀਆਂ ਲਿਖੀਆਂ ਤਾਂ ਉਸ ਵਿੱਚ ਇਹ ਹੈਰਾਨੀ ਭਰੀ ਬਾਤ ਲਿਖੀ ਕਿ ਉਹ ਹੀ ਮਨੁੱਖ ਜੋ ਅਸ਼ਰਫ ਉਲ ਮਖਲੂਕਾਤ ਹੈ, ਆਪਣੇ ਹੀ ਬੰਧਨਾਂ ਵਿੱਚ ਫਸ ਗਿਆ ਹੈ। ਉਸ ਨੇ 9 ਗ੍ਰਹਿ 12 ਰਾਸ਼ੀਆਂ ਬਣਾ ਲਈਆਂ ਹਨ। ਮਾੜੇ ਅਤੇ ਚੰਗੇ ਸ਼ਗਨ ਮਿਥ ਲਏ ਹਨ। ਹਰ ਗੱਲ ਵਿੱਚ ਭਰਮ ਅਤੇ ਵਹਿਮ ਨੇ ਥਾਂ ਲੈ ਲਈ ਹੈ। ਧਰਤੀ ਦਾ ਸਰਦਾਰ ਮਨੁੱਖ ਨਿੱਛ ਕੁੱਤੇ ਬਿੱਲੀ ਅਤੇ ਔਸੀ ਤੋਂ ਹੀ ਡਰਨ ਲੱਗ ਪਿਆ ਹੈ। ਭੈ ਤੇ ਨਿਰਭਉ ਡਰਤਾ ਫਿਰੇ ਵਾਲੀ ਦਸ਼ਾ ਹੈ। ਧਰਮ ਹੀ ਭਰਮਾਂ ਦਾ ਬਣ ਗਿਆ ਹੈ। ਗੁਰੂ ਨਾਨਕ ਜੀ ਨੇ ਯਤਨਾਂ ਨਾਲ ਇਸ ਭਰਮ ਜਾਲ ਵਿੱਚੋਂ ਮਨੁੱਖ ਨੂੰ ਕੱਢਿਆ। 12 ਮਹਾ ਤੁਖਾਰੀ ਉਚਾਰ ਕੇ ਦ੍ਰਿੜ ਕਰਾਇਆ ਕਿ ਸਭ ਕੁਝ ਹੀ ਭਲਾ ਹੈ, ਕੋਈ ਮਾੜੀ ਚੰਗੀ ਥਿੱਤਵਾਰ ਨਹੀਂ। ਗੁਰੂ ਅਰਜਨ ਜੀ ਨੇ ਉਸ ਨੂੰ ਮਹਾਦਿਵਸ ਮੂਰਤ ਭਲੇ ਜਿਸ ਕਿਉ ਨਦਰ ਕਰੇ ਭਰਮਾ ਕੇ ਭਰਮ ਵਿੱਚ ਆਂਡਾ ਤੋੜਿਆ ਅਤੇ ਭਰਮਾਂ ਵਿੱਚ ਭੰਬਲ ਭੂਸੇ ਖਾਂਦੇ ਬੰਦੇ ਨੂੰ ਸੁਤੰਤਰ ਕੀਤਾ। ਗਿਆਨ ਦੀ ਆਂਧੀ ਅੱਗੇ ਭਰਮ ਕੀ ਟਾਟੀ ਉੜਦੇ ਦੇਰ ਨਾ ਲੱਗੀ, ਪਰ ਭਰਮਗੜ ਗੁਰੂ ਗੋਬਿੰਦ ਸਿੰਘ ਜੀ ਵੇਲੇ ਹੀ ਪਾਸ਼-ਪਾਸ਼ ਹੋਇਆ। ਸਨਿਚਰਵਾਰ ਵਾਲੇ ਦਿਹਾੜੇ ਸਿੱਖ ਸ਼ਿਕਾਰ ਪਈ ਖੇਡਦੇ ਸਨ ਕਿ ਇੱਕ ਬ੍ਰਾਹਮਣ ਨੇ ਦਿਨ ਭਰ ਦੱਸ ਕੇ ਦੱਖਣਾ ਮੰਗੀ ਅਤੇ ਲੋਹੇ ਦੇ ਬਾਟੇ ਵਿੱਚ ਪਏ ਹੋਏ ਤੇਲ ਵਿੱਚ ਸਿੱਕਾ ਪਾਉਣ ਲਈ ਕਿਹਾ। ਸਿੱਖਾਂ ਕਿਹਾ ਵੀ ਕਿ ਉਹਨਾਂ ਦੇ ਸਭ ਭਾਰੇ ਹੌਲੇ ਦਿਨ ਮੁੱਕ ਗਏ ਹਨ। ਡੰਕੋਤ ਦੀ ਅੜੀ ਉਂਝ ਵੀ ਪ੍ਰਸਿੱਧ ਹੈ, ਪਰ ਉਹ ਤਾਂ ਪਿੱਛੇ ਹੀ ਪੈ ਗਿਆ। ਸਿੱਖਾਂ ਠਰਮੇ ਨਾਲ ਫਿਰ ਉਸ ਨੂੰ ਚਲੇ ਜਾਣ ਲਈ ਕਿਹਾ ਅਤੇ ਇਹ ਵੀ ਡਰ ਪਾਇਆ ਕਿ ਜੇ ਉਹ ਨਾ ਗਿਆ ਤਾਂ ਤੇਲ, ਪੈਸੇ, ਬਾਟਾ ਖੋਹ ਲਵਾਂਗੇ। ਜਦ ਉਹ ਨਾ ਹੀ ਹਟਿਆ ਤਾਂ ਸਿੱਖਾਂ ਬਾਟਾ ਖੋਹ ਲਿਆ, ਤੇਲ ਦੇ ਪਕੌੜੇ ਤਲੇ ਅਤੇ ਮਾਇਆ ਗੋਲਕ ਵਿੱਚ ਪਾ ਦਿੱਤੀ। ਬਾਟੇ ਦੀ ਕੀ ਵਰਤੋਂ ਕੀਤੀ ਜਾਵੇ ਉਹਨਾਂ ਦੀ ਸਮਝ ਨਾ ਆਵੇ। ਬਾਟਾ ਲੈ ਕੇ ਉਹ ਗੁਰੂ ਜੀ ਪਾਸ ਆਏ ਅਤੇ ਸਾਰੀ ਵਾਰਤਾ ਸੁਣਾਈ। ਮਹਾਰਾਜ ਬਹੁਤ ਪ੍ਰਸੰਨ ਹੋਏ ਅਤੇ ਫਰਮਾਇਆ, ਅੱਜ ਤੁਸਾਂ ਵਹਿਮ ਦੀ ਲੰਮੀ ਦੌੜ ਜਿੱਤ ਲਈ ਹੈ, ਭਰਮਾਂ ਗੜ ਤੋੜਿਆ ਹੈ। ਇਸ ਬਾਟੇ ਦੇ
ਕੜੇ ਬਣਾ ਕੇ ਪਾਓ ਅਤੇ ਅੱਜ ਤੋਂ ਹਰ ਸਿੱਖ ਕੜੇ ਦਾ ਧਾਰਨੀ ਹੋਵੇ ਅਤੇ ਦਾएं ਹੱਥ ਵਿੱਚ ਸਰਬ ਲੋਹ ਕਾ ਕੜਾ ਪਹਿਨੇ, ਤਾਂ ਕਿ ਹਰ ਕਿਸੇ ਨੂੰ ਪਤਾ ਲੱਗੇ ਕਿ ਸਿੱਖ ਇਹ ਸਾਉਣ ਸ਼ਗਨ ਨਹੀਂ ਮੰਨਦਾ। ਇਹ ਕੜਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਸਿੱਖ ਵਹਿਮੀ ਨਹੀਂ, ਸਿੱਖ ਨੇ ਸ਼ਨੀ ਮੰਗਲ ਸਭ ਜਿੱਤ ਲਏ ਹਨ। ਇਸ ਕੜੇ ਨੂੰ ਵੀ ਗੁਰੂ ਪਾਤਸ਼ਾਹ ਨੇ ਖਾਲਸਾ ਸਾਜਣ ਵੇਲੇ ਰਹਿਤ ਦਾ ਅੰਗ ਬਣਾ ਦਿੱਤਾ। ਮਸੰਦ ਪ੍ਰਣਾਲੀ ਦਾ ਖਾਤਮਾ। ਗੁਰੂ ਅਮਰਦਾਸ ਜੀ ਵੇਲੇ ਸਿੱਖੀ ਦਾ ਪ੍ਰਚਾਰ ਦੂਰ ਦਰਾਡੇ ਹੋ ਗਿਆ ਸੀ। ਮੰਜੀ ਬਰਦਾਰ ਪ੍ਰਚਾਰ ਵਿੱਚ ਹੀ ਰੁੱਝੇ ਰਹਿੰਦੇ ਸਨ ਅਤੇ ਸਮੇਂ ਸਿਰ ਭੇਟਾ ਆਦਿ ਭੇਜਦੇ ਨਹੀਂ ਸਨ। ਫਿਰ ਉਹਨਾਂ ਪ੍ਰਚਾਰਕਾਂ ਨੂੰ ਇਹ ਹੀ ਪਤਾ ਨਹੀਂ ਸੀ ਲੱਗਦਾ ਕਿ ਕੇਂਦਰ ਵਿੱਚ ਕੀ ਵਾਪਰ ਰਿਹਾ ਹੈ। ਇਹਨਾਂ ਨੂੰ ਮੁੱਖ ਰੱਖਦੇ ਹੋਏ ਗੁਰੂ ਰਾਮਦਾਸ ਜੀ ਨੇ ਮਸੰਦ ਥਾਪੇ। ਇਹਨਾਂ ਮਸੰਦਾਂ ਨੇ ਪੰਥ ਉਸਾਰੀ ਵਿੱਚ ਤਕੜਾ ਹਿੱਸਾ ਪਾਇਆ। ਮਸੰਦ ਸ਼ਬਦ ਫਾਰਸੀ ਦੇ ਸ਼ਬਦ ਮਸਨਦ ਦਾ ਹੀ ਵਿਗਾੜਿਆ ਰੂਪ ਹੈ। ਇਸ ਦੇ ਅਰਥ ਹਨ ਉੱਚ ਥਾਂ ਵਾਲਾ। ਇਹ ਮਸੰਦ ਉੱਚੇ ਆਚਰਣ ਵਾਲੇ, ਦਿਆਨਤਦਾਰ ਅਤੇ ਬੜੇ ਉਤਸ਼ਾਹੀ ਹੁੰਦੇ ਸਨ। ਗੁਰੂ ਅਰਜਨ ਜੀ ਵੇਲੇ ਭਾਈ ਅਜਬ ਅਜਾਇਬ ਕੋਲੋਂ ਕਿਸੇ ਪੁੱਛਿਆ ਵੀ ਕਿ ਉਹ ਗੁਰੂ ਕੀ ਭੇਟਾ ਨੂੰ ਕੈਸਾ ਸਮਝਦੇ ਹਨ ਤਾਂ ਉਹਨਾਂ ਕਿਹਾ ਸੀ ਜੈਸੇ ਬਿਖ ਹੁੰਦੀ ਹੈ। ਪਰ ਸਮਾਂ ਪਾ ਕੇ ਇਹ ਮਸੰਦ ਜ਼ਹਿਰ ਖਾਣ ਲੱਗ ਪਏ ਅਤੇ ਸੱਚਮੁੱਚ ਜ਼ਹਿਰੀਲੇ ਹੀ ਹੋ ਗਏ। ਬਾਬਾ ਰਾਮ ਰਾਏ ਜੀ ਕੋਲੋਂ ਮਸੰਦਾਂ ਦੇ ਅਤਿਆਚਾਰਾਂ ਦੀ ਕਹਾਣੀ ਗੁਰੂ ਜੀ ਪਾਉਂਟਾ ਸਾਹਿਬ ਸੁਣ ਹੀ ਚੁੱਕੇ ਸਨ, ਪਰ ਉਹਨਾਂ ਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਗੁਰੂ ਦੇ ਘਰ ਦੇ ਮਸੰਦ ਇਤਨੇ ਨੀਵੇਂ ਚਲੇ ਜਾਣਗੇ। ਗੁਰੂ ਜੀ ਤਾਂ ਇਹ ਦੇਖ ਹੀ ਚੁੱਕੇ ਸਨ ਕਿ ਬੁਜ਼ਦਿਲ ਤਾਂ ਹੋ ਹੀ ਗਏ ਹਨ, ਪਰ ਕਾਰ ਭੇਟਾ ਅਜੇ ਪਹੁੰਚਾਈ ਜਾ ਰਹੇ ਹਨ। ਉਹਨਾਂ ਵਿੱਚ ਗੁਰੂ ਜੀ ਦੇ ਆਦਰ ਵਾਲੀ ਭਾਵਨਾ ਵੀ ਟੁੱਟ ਗਈ ਸੀ। 1697 ਦੀ ਦੀਵਾਲੀ ਨੂੰ ਜਦ ਕਈ ਮਸੰਦਾਂ ਨੇ ਭੇਟਾਵਾਂ ਪੇਸ਼ ਕਰਨ ਦੀ ਥਾਂ ਭਰੇ ਦੀਵਾਨ ਵਿੱਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੀਆਂ ਨਿੱਤ ਦੀਆਂ ਜੰਗਾਂ ਤੋਂ ਸਿੱਖ ਸੰਗਤਾਂ ਦੁਖੀ ਹਨ ਅਤੇ ਭੇਟਾਵਾਂ ਨਹੀਂ ਦਿੱਤੀਆਂ, ਤਾਂ ਮਹਾਰਾਜ ਲਈ ਹੈਰਾਨੀ ਦੀ ਗੱਲ ਸੀ। ਗੁਰੂ ਜੀ ਨੇ ਉਸੇ ਸਮੇਂ ਸਿੱਖ ਫੌਜੀ ਭੇਜ ਕੇ ਮਸੰਦਾਂ ਦੇ ਤੰਬੂਆਂ ਤੋਂ ਸਾਰੀਆਂ ਕੀਮਤੀ ਭੇਟਾਵਾਂ ਲਿਆ ਸਾਹਮਣੇ ਰੱਖੀਆਂ। ਉਸੇ ਰਾਤ ਜਦ ਨਕਲੀਆਂ ਨੇ ਮਸੰਦਾਂ ਦੀ ਨਕਲ ਉਤਾਰ ਕੇ ਮਸੰਦਾਂ ਦਾ ਸਿੱਖ ਸੰਗਤਾਂ ਪ੍ਰਤੀ ਆਤਮੰਦਾ ਵਤੀਰਾ ਦੱਸਿਆ ਤਾਂ ਮਹਾਰਾਜ ਨੇ ਉਸ ਸਮੇਂ ਹੁਕਮ ਦੇ ਕੇ ਸਭ ਮਸੰਦ ਮਨਸੂਖ ਕਰ ਦਿੱਤੇ। ਹਰ ਮਸੰਦ ਨੂੰ 1698 ਈਸਵੀ ਦੀ ਵਿਸਾਖੀ ਪੇਸ਼ ਹੋਣ ਦਾ ਹੁਕਮ ਦਿੱਤਾ ਅਤੇ ਸੰਗਤਾਂ ਪ੍ਰਤੀ ਜਫਰਨਾਮੇ ਭੇਜੇ ਕਿ ਮਸੰਦ ਪ੍ਰਥਾ ਖਤਮ ਕਰ ਦਿੱਤੀ ਗਈ ਹੈ। ਸਭ ਸੰਗਤਾਂ ਹੁਣ ਗੁਰੂ ਕਾ ਖਾਲਸਾ ਹੈ। ਗੁਰੂ ਜੀ ਨੇ ਵੀ ਇਹ ਦੇਖ ਲਿਆ ਸੀ ਕਿ ਮਜ਼ਬੂਤ ਜਥੇਬੰਦੀ ਬਣਾਉਣ ਵਿੱਚ ਇਹ ਮਸੰਦ ਹੀ ਰੁਕਾਵਟ ਹਨ। ਹੁਕਮਨਾਮਿਆਂ ਵਿੱਚ ਸਿੱਧੀ ਪਹੁੰਚ ਦੀ ਗੱਲ ਲਿਖੀ। ਫਰਵਰੀ 1698 ਈਸਵੀ ਦੇ ਇਸ ਹੁਕਮਨਾਮੇ ਵਿੱਚ ਦਸਮ ਪਾਤਸ਼ਾਹ ਨੇ ਲਿਖਿਆ, ਭਾਈ ਕਲਿਆਣ ਰਾਏ ਸਰਬੱਤ ਸੰਗਤ ਮਾਛੀਵਾੜੇ ਕੀ गुरु रखेगा। संगत मेरा खालसा है, जो गुरु के नबित का होवे गोलक दसवंद मन्नत सो हजूर लै आवना, मसंदा नू मनना नहीं। सम्मत 1755 चेतों 14। इसे तरह एक हुक्मनामे विच इलाहाबाद दी संगत नू लिखिया कि सर्व संगत पिराग की मेरा खालसा है। संगत मसंद मसंदीए नो ना ही मिलना, जो सिख मिले सो मेल लैवना, दिक्कत नहीं करनी। संगत हथियार बन के दर्शन आवन। बनारस दी संगत नू लिखिया, यह मेरा खालसा है। मसंदा नू आनंदपुर बुला के करड़ियां सजावां दित्तियां ते जोश विच ਸਿੰਘਾਂ ने कईयां नू जिंदा साड़िया तां कि बाकियां नू इबरत होवे। इत्थों तक गुरु जी ने कहा कि एक पासे खूनी हाथी आमदा होवे अते दूजे पासे मसंद, तां मसंद पासे नहीं जाना, खूनी हाथी वाल चले जाना। मसंद खूनी हाथी तो भी माड़ा हुंदा है। मसंदा नू कितना माड़ा समझदे सन गुरु पातशाह, उस दी एक साखी भी आमदी है। एक सिख नीमो झूना दरबार विच बैठा होया सी। महाराज ने पुछया, तैनू की होया है? उस कहा, सच्चे पातशाह मैं गऊ हथियारा हाँ। महाराज ने फरमाया, असा जाता कि मसंद मसंदिए के मुख लागा है, जो ऐसा बैठा है गऊ मुई ता हुआ क्या, जा घर बैठ रहे, मार जिवाल सोई अवर ना कोई रखे। सिੱਖੀ ਦ੍ਰਿੜ ਕਰਾਉਣ ਵਾਲੇ ਉਪਦੇਸ਼, ਝਾਕੀਆਂ ਤੇ ਸਾਖੀਆਂ। ਇਹ ਮਿਲਿਆ ਕੁਝ ਖਾਵਾਂ ਸਮਾਂ ਗੁਰੂ ਜੀ ਪੰਥ ਉਸਾਰੀ ਲਈ ਵਰਤ ਰਹੇ ਸਨ। ਉਹ ਕਰਮ ਉਪਦੇਸ਼ ਸਿੱਖਾਂ ਨੂੰ ਦ੍ਰਿੜ ਕਰਾ ਰਹੇ ਸਨ, ਜਿਨ੍ਹਾਂ ਦੁਆਰਾ ਉਹਨਾਂ ਵਿੱਚ ਆਤਮ ਨਿਰਭਰਤਾ, ਸੁਤੰਤਰਤਾ ਅਤੇ ਆਚਰਣ ਪਰਪੱਕ ਹੋਵੇ। ਸਿੱਖੀ ਕਿਸੇ ਦੀ ਮੁਹਤਾਜ ਨਾ ਰਹੇ ਅਤੇ ਸਿੱਖ ਧਾਰਮਿਕ ਤੌਰ ਤੇ ਸੁਤੰਤਰ ਹੋਵੇ ਅਤੇ ਰਾਜਨੀਤਿਕ ਤੌਰ ਤੇ ਆਜ਼ਾਦ। ਕਲਯੁਗ ਕੀਰਤਨ ਪ੍ਰਧਾਨਾ। ਇੱਕ ਵਾਰੀ ਇੱਕ ਸਿੱਖ ਨੇ ਆ ਕੇ ਸ਼ਿਕਾਇਤ ਕੀਤੀ ਕਿ ਉਹ ਸੁਖਮਣੀ ਦਾ ਪਾਠ ਕਰਿਆ ਕਰਦਾ ਸੀ ਅਤੇ 24ਵੀਂ
ਅਸ਼ਟਪਦੀ ਰਹਿੰਦੀ ਸੀ ਕਿ ਰਬਾਬੀਆਂ ਨੇ ਆ ਕੇ ਦੁਤਾਰਾ ਖੜਕਾਇਆ। ਸੋ ਰਬਾਬੀਆਂ ਗੁਰਬਾਣੀ ਦੀ ਬੇਅਦਬੀ ਕੀਤੀ ਹੈ। ਮਹਾਰਾਜ ਨੇ ਕਿਹਾ, ਇਸ ਤਰ੍ਹਾਂ ਰਬਾਬੀਆਂ ਦਾ ਕੋਈ ਕਸੂਰ ਨਹੀਂ ਬਣਦਾ। ਤੂੰ ਸੰਗਤ ਨੂੰ ਚਾਵ ਚਬਾਇੰਦਾ ਸੈਂ ਅਤੇ ਰਬਾਬੀ ਸੰਗਤ ਕਿਉਂ ਪ੍ਰਸ਼ਾਦੀਆਂ ਲੱਗੇ ਛਕਾਵਣ। ਇਹ ਉਚਾਰ ਕੀਰਤਨ ਦੀ ਮਹੱਤਤਾ ਦ੍ਰਿੜਾ ਦਿੱਤੀ। ਆਸਾ ਦੀ ਵਾਰ ਨੂੰ ਪਾਤਸ਼ਾਹ ਝੂਠ, ਕਪਟ, ਫਰੇਬ, ਬਣਾਵਟ ਤੇ ਗਿਰਾਊ ਅਤੇ ਰੋਗਾਂ ਦਾ ਦਾਰੂ ਕਹਿੰਦੇ ਸਨ। ਧਰਮਸ਼ਾਲ ਦੀ ਝਾਂਕ, ਵਿਹੋ, ਖੰਡੂ ਪਾਜ, ਗੋਲਕ ਦੀ ਭੇਟਾ ਨੂੰ ਬਿਖ ਸਮਾਨ ਦਰਸਾਉਣ ਲਈ ਇੱਕ ਵਾਰੀ ਸਾਰਾ ਖਜ਼ਾਨਾ ਹੀ ਦਰਿਆ ਸਤਲੁਜ ਵਿੱਚ ਸੁਟਵਾ ਦਿੱਤਾ ਅਤੇ ਕੀਮਤੀ ਵਸਤਰਾਂ ਨੂੰ ਅੱਗ ਲਗਵਾ ਦਿੱਤੀ। ਜਦ ਸਿੱਖਾਂ ਪੁੱਛਿਆ, ਮਹਾਰਾਜ ਐਸਾ ਕਿਉਂ ਕੀਤਾ, ਤਾਂ ਫਰਮਾਇਆ, ਮਾਇਆ ਤਾਂ ਸਾਰੀ ਹੀ ਬਿਖ ਰੂਪੀ ਹੈ, ਪਰ ਇਹ ਗੋਲਕ ਦੀ ਮਾਇਆ ਪਰਮ ਬਿਖ ਹੈ। ਗੁਰੂ ਕੀ ਕੌਡੀ ਸਿੱਖ ਕਿਉਂ ਬਿਖ ਹੈ, ਪਰ ਸਿੱਖ ਨਹੀਂ ਜਾਣਤੇ। ਮੈਨੂੰ ਪਤਾ ਹੈ, ਜਿਵੇਂ ਕਿਸੇ ਦਾ ਦੁੱਧ ਕਾਲਾ ਸਰਪ ਜੂਠਾ ਕਰ ਜਾਏ ਅਤੇ ਬੱਚਾ ਉਸੇ ਦੁੱਧ ਲਈ ਰੋਵੇ ਤੜਪੇ, ਤਾਂ ਵੀ ਮਾਂ ਨਹੀਂ ਦਿੰਦੀ, ਕਿਉਂਕਿ ਮਾਂ ਨੂੰ ਬੱਚਾ ਪਿਆਰਾ ਹੈ। ਇਸੇ ਤਰ੍ਹਾਂ ਸਿੱਖ ਮੈਨੂੰ ਬਹੁਤ ਪਿਆਰੇ ਹਨ। ਇਹ ਪੂਜਾ ਕੀ ਕੌਡੀ ਇਸੇ ਕਾਰਨ ਇਹਨਾਂ ਨੂੰ ਨਹੀਂ ਦਿੰਦਾ। ਇੱਕ ਸਿੱਖ ਨੇ ਹੱਥ ਜੋੜ ਬੇਨਤੀ ਕੀਤੀ, ਮਹਾਰਾਜ, ਸਾਡੇ ਮਨ ਸ਼ੰਕਾ ਹੈ, ਤੁਸੀਂ ਇਹ ਭੇਟਾ ਫੇਰ ਲੈਂਦੇ ਕਿਉਂ ਹੋ? ਦਸਮ ਪਿਤਾ ਬਹੁਤ ਪ੍ਰਸੰਨ ਹੋਏ ਕਿ ਇਹ ਪ੍ਰਸ਼ਨ ਪੁੱਛਿਆ ਹੈ। ਆਪ ਜੀ ਨੇ ਫਰਮਾਇਆ, ਇੱਕ ਦਾਨ ਲੇਵਣਾ ਹੈ, ਦੂਸਰਾ ਅਮਾਨਤ ਕਾ ਲੇਵਣਾ ਹੈ। ਜੋ ਕਿਸੇ ਦੀ ਅਮਾਨਤ ਰੱਖਦਾ ਹੈ ਉਹ ਵੀ ਲੈਂਦਾ ਹੀ ਦਿਸਦਾ ਹੈ। ਉਹ ਲੇਵਦਾ ਨਹੀਂ, ਸਗੋਂ ਅਮਾਨਤ ਰੱਖ ਕੇ ਪਰਉਪਕਾਰ ਕਰਦਾ ਹੈ। ਅਸੀਂ ਇਹ ਭੇਟਾ ਅਮਾਨਤ ਰੂਪ ਵਿੱਚ ਰੱਖਦੇ ਅਤੇ ਵਰਤਦੇ ਹਾਂ। ਪਰਮ ਪੁਰਖ ਕੀ ਚਰਨੀ ਲਾਗੋ। ਅਵਤਾਰ ਪੂਜਾ ਤੇ ਜ਼ੋਰ ਦਿੰਦੇ ਇੱਕ ਬ੍ਰਾਹਮਣ ਨੂੰ ਕਿਹਾ ਸੀ, ਕ੍ਰਿਸ਼ਨ ਸ਼ਰਨੀ ਨਾ ਤਕੋ, ਪਰਮ ਪੁਰਖ ਕੀ ਚਰਨੀ ਲਗੋ। ਜਦ ਬ੍ਰਾਹਮਣ ਨੇ ਤਰਕ ਕਰਦੇ ਹੋਏ ਕਿਹਾ ਕਿ ਰੂਪ ਤੋਂ ਬਗੈਰ ਧਿਆਨ ਕਿਵੇਂ ਲੱਗੇ, ਤਾਂ ਦੁਸ਼ਟ ਦਮਨ ਨੇ ਫਰਮਾਇਆ, ਸੁਪਨੇ ਵਿੱਚ ਧਿਆਨ ਹੁੰਦਾ ਜ਼ਰੂਰ ਦਿਸਦੀਆਂ ਵਸਤਾਂ ਵਿੱਚ ਹੈ, ਪਰ ਜਾਗਦਿਆਂ ਹੀ ਉਹ ਵਸਤਾਂ ਕਿੱਥੇ ਚਲੀਆਂ ਜਾਂਦੀਆਂ ਹਨ। ਸੋ ਮੋਹ ਦੀ ਨੀਂਦ ਤੋਂ ਜਾਗੋ, ਇਹ ਨੀਂਦ ਖੁੱਲੇਗੀ ਸਤ ਸੰਗਤ ਵਿੱਚ ਗਿਆ। ਸੰਗਤ ਕੀਤਿਆਂ ਹੀ ਪਤਾ ਲੱਗੇਗਾ ਕਿ ਥਿਰ ਕੀ ਹੈ। ਸਾਨੂੰ ਜੋ ਦੁੱਖ ਵਾਪਰਦਾ ਹੈ ਉਹ ਇਸ ਕਾਰਨ ਹੈ ਕਿ ਅਸਾਂ ਪਿਆਰ ਮਰਨਹਾਰ ਅਤੇ ਵਿਛੜਨਹਾਰ ਨਾਲ ਪਾ ਲਿਆ ਹੈ। ਵਾਹਿਗੁਰੂ ਸਦਾ ਬਖਸ਼ੰਦ ਹੈ, ਮਿੱਠਾ ਹੈ ਅਤੇ ਪੀੜ ਰਹਿਤ ਹੈ। ਉਸ ਨਾਲ ਪਿਆਰ ਪਾਇਆ ਕਦੇ ਵਿਛੋੜਾ ਨਹੀਂ ਹੋਣ ਲੱਗਾ। ਇਹ ਵਿਛੋੜਾ ਸਿਮਰਨ ਨਾਲ ਹੀ ਦੂਰ ਹੁੰਦਾ ਹੈ। ਬਿਨ ਸਿਮਰਨ ਜੀਵਨ ਬਾਲਣ ਵਾਂਗ ਹੈ। ਜਿਸ ਤਰ੍ਹਾਂ ਚੁੱਲ੍ਹੇ ਵਿੱਚ ਲੱਕੜਾਂ ਦਾ ਬਾਲਣ, ਇਸੇ ਤਰ੍ਹਾਂ ਇਸ ਸਰੀਰ ਵਿੱਚ ਅੰਨ ਦਾਣੇ ਦਾ ਬਾਲਣ। ਜਦ ਸਿਮਰਨ ਦਾ ਨਿਵਾਸ ਹੋ ਜਾਏ ਤਾਂ ਜੀਵਨ ਰਸਦਾਇਕ ਅਤੇ ਸੁਆਦਲਾ ਲੱਗੇਗਾ। ਇੱਕ ਸਰਵਰੀਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਭੇਟਾ ਰੱਖੀ ਤਾਂ ਮਹਾਰਾਜ ਨੇ ਕਿਹਾ ਕਿ ਉਸੇ ਨੂੰ ਦੇ ਜਿਸ ਨੂੰ ਤੂੰ ਮੰਨਦਾ ਹੈ। ਜਦ ਸਿਦਕ ਹੀ ਨਹੀਂ, ਭੇਟਾ ਲਿਆ ਰੱਖਣ ਦਾ ਕੀ ਲਾਭ। ਉਸਨੇ ਖੇਵਾ ਮੰਗੀ ਅਤੇ ਗੁਰੂ ਦਾ ਸਿੱਖ ਬਣਿਆ। ਮਹਾਰਾਜ ਨੇ ਫਰਮਾਇਆ, ਸਿਦਕ ਇੱਕ ਐਸੀ ਸੁਗੰਧੀ ਹੈ ਜਿਸ ਨਾਲ ਦਿਮਾਗ ਹਿਊਮੇ ਦੀ ਬਿਮਾਰੀ ਤੋਂ ਰਾਜੀ ਹੋ ਜਾਂਦਾ ਹੈ। ਸਿਦਕ ਬੂਏ ਖੈਰ, ਮਗਜ ਗੈਰ ਸ਼ੁੱਧ ਹੈ। ਬੇਸਿਦਕੇ ਕੋਲੋਂ ਬਦਬੂ ਆਉਂਦੀ ਰਹਿੰਦੀ ਹੈ। ਬੇਸਿਦਕੇ ਬੂਏ ਗੰਧ ਆਮਦ, ਮੰਦ ਆਮਦ। ਨਾਮੀ ਪੁਰਸ਼ ਦਾ ਕਰਤੱਵ। ਗੁਰੂ ਗੋਬਿੰਦ ਸਿੰਘ ਜੀ ਕੋਲੋਂ ਇੱਕ ਵਾਰੀ ਸਿੱਖਾਂ ਪੁੱਛਿਆ ਕਿ ਮਹਾਰਾਜ, ਜਦ ਆਤਮਿਕ ਟਾਹਣੀ ਨੂੰ ਫੁੱਲ ਲੱਗੇ ਤਾਂ ਉਸ ਦਾ ਕਰਤੱਵ ਕੀ ਹੋਣਾ ਚਾਹੀਏ? ਤਾਂ ਦਰਦੀ ਗੁਰੂ ਨੇ ਫਰਮਾਇਆ, ਜਿਸ ਨੂੰ ਨਾਮ ਦੀ ਰੰਗਤ ਚੜ੍ਹ ਜਾਏ ਉਹ ਚੱਪੂ ਜਾਂ ਨਵੇਕਲੇ ਹੋ ਨਾ ਬੈਠੇ, ਸਗੋਂ ਗਵਾਚਿਆਂ ਦੀ ਭਾਲ ਕਰੇ, ਆਪਣਿਆਂ ਨੂੰ ਇਕੱਠਾ ਕਰੇ ਅਤੇ ਨਵਿਆਂ ਨੂੰ ਲਗਾਏ। ਤਰੇ ਤਾਰੇ ਗੁਰਸਿੱਖ। ਗੁਰੂ ਨਾਨਕ ਜੀ ਫਰਮਾ ਗਏ ਸਨ, ਸਭ ਤੋਂ ਵੱਡੀ ਮਿਹਰ ਸਿੱਖ ਘਰ ਗ੍ਰਹਿਸਤ ਕੋਈ ਆਸ਼ਰਮ ਨਹੀਂ, ਸਗੋਂ ਧਰਮ ਹੈ। ਗ੍ਰਹਿਸਤੀ ਨੂੰ ਘਰ ਵਿੱਚ ਹੀ ਸਤਸੰਗ ਮਿਲ ਜਾਂਦਾ ਹੈ। ਗ੍ਰਹਿਸਤ ਵਿੱਚੋਂ ਬਿਖ ਗੁਰੂ ਪਾਤਸ਼ਾਹ ਹੀ ਕੱਢੀ ਸੀ। ਗ੍ਰਹਿਸਤ ਵਿੱਚ ਹੀ ਰੱਬ ਦਾ ਮਿਲਾਪ ਕਰਨ ਦਾ ਵੱਲ ਗੁਰੂ ਸਾਹਿਬਾਨ ਨੇ ਹੀ ਸਿਖਾਇਆ ਸੀ। ਇਸੇ ਪਰਥਾਏ ਇੱਕ ਵਾਰੀ ਕਲਗੀਧਰ ਨੇ ਹੁਕਮ ਕੀਤਾ ਸੀ, ਇਸਤਰੀ ਪੁਰਖ ਭਾਵੇਂ ਨਾਰ ਭਰਤਾ ਹਨ, ਪਰ ਇੱਕ ਦੂਜੇ ਨੂੰ ਸਤਸੰਗ ਮਿਲ ਜਾਏ ਤਾਂ ਕਿਰਪਾ ਹੈ। ਗ੍ਰਹਿਸਤ ਨੂੰ ਕਦੇ ਵੀ ਨਿੰਮੋ ਝੂਣਾ ਨਹੀਂ ਹੋਣਾ ਚਾਹੀਦਾ। ਜਦ ਕਦੇ ਕੋਈ ਕਾਰਜ ਅੜਦਾ ਤੇ ਨਾ ਹੁੰਦਾ ਦਿਖਾਈ ਦੇਵੇ ਤਾਂ ਆਪ ਜੀ ਨੇ ਦੱਸਿਆ ਕਿ ਕੜਾਹ ਪ੍ਰਸ਼ਾਦ ਕਰਕੇ ਅਰਦਾਸ ਕਰਨੀ, ਸਾਰੇ ਮਨੋਰਥ ਪੂਰੇ ਹੋਣਗੇ। ਕੋਈ ਸੁਖਣਾ ਮੰਨਣ ਜਾਂ ਦੂਰ ਦੂਰ ਭਟਕਣ ਦੀ ਲੋੜ ਨਹੀਂ। ਮੰਗ ਧਰਮ ਧਾਰੋ। ਗੁਰੂ ਪਾਤਸ਼ਾਹ ਕੋਲੋਂ ਸੰਗਤਾਂ ਨੇ ਪ੍ਰਭੂ ਮਿਲਾਪ ਦਾ ਰਾਹ ਪੁੱਛਿਆ ਤਾਂ ਦੀਨ ਬੰਧੂ ਨੇ ਕਿਹਾ, ਮਿਲਾਪ
इस करके नहीं हुंदा क्योंकि सानू मंगण दी जांच नहीं। मंग धर्म धारो, मंगण वाला काला ना पवे, निराश ना होवे। उसदी बख्शिश दे दरवाजे सदा खुले हन। माण नहीं करना अते दावा भी नहीं बनना। उसने तुरुठ के देना है। हिकमत ना झाड़े अते सिदक रखे कि उसका दर खुलण ही वाला है। लेखे ते पड़चोलां वालियां समझां अनंत खुशियां नहीं मान सकदियां। इसे कारण वैरागी लोकां विच रस नहीं रहिंदा, गुसैल हो जांदे हन अते परमेश्वर नूं भुल्लण वालियां विच खुदगर्जी घर बना लैंदी है। जिन्हां प्रभु नूं करनहार जाणिया है, उन्हां दे परोपकार विच हंकार दा अंश नहीं हुंदा। निरा परोपकार भी खेंडाओ विच लै जांदा है। भगत जेड़ ना कोऊ। शक्ति नालों भगती दी महत्ता दृढ़ाउण लई एक दिन गुरु गोबिंद सिंह जी ने भरे दीवान विच प्रश्न कीता कि है कोई जो यह दसे कि कबीर जी वेले हिंदुस्तान दा कौन बादशाह सी। जद सारे चुप हो गए तां महाराज ने कहा, देखो, जिस पास अनेका हाथी घोड़सवार सन अते जिस दा सिक्का नर्मदा तो लैके काबल तक चलदा सी, उन्हां दे नां नूं कोई नहीं जाणदा, पर जिस पास पक्की कुल्ली भी नहीं सी, उसनूं सिर्फ ਸਾਰੇ ਜਾਣਦੇ ਹੀ ਨਹੀਂ ਸਗੋਂ ਆਦਰ ਕਰਦੇ ਸਨ ਅਤੇ ਉਸ ਦੇ ਸ਼ਬਦਾਂ ਅੱਗੇ ਸਿਰ ਝੁਕਾਉਂਦੇ ਸਨ। ਇਸੇ ਤਰ੍ਹਾਂ ਜਦ ਇੱਕ ਵਾਰੀ ਰਬਾਬੀਆਂ ਨੇ ਗੋਪੀ ਚੰਦ ਦੀ ਵਾਰਤਾ ਗਾਈ ਤਾਂ ਵਿੱਚੋਂ ਹੀ ਕਿਸੇ ਨੇ ਟੋਕ ਦਿੱਤਾ ਕਿ ਝਗੜਾ ਲੈ ਬੈਠੇ ਹੋ। ਮਹਾਰਾਜ ਸੁਣਦੇ ਪਏ ਸਨ ਅਤੇ ਉਹਨਾਂ ਉਸ ਟੋਕਣ ਵਾਲੇ ਸਿੱਖ ਨੂੰ ਕੋਲ ਬੁਲਾ ਕੇ ਕਿਹਾ, ਤੁਹਾਨੂੰ ਅਜੇ ਇੱਥੇ ਆਇਆ ਕੁਝ ਹੀ ਦਿਨ ਹੋਏ ਹਨ ਅਤੇ ਘਰ ਦੀ ਯਾਦ ਸਤਾ ਰਹੀ ਹੈ। ਉਸ ਗੋਪੀ ਚੰਦ ਵੱਲ ਦੇਖੋ ਜੋ ਸਭ ਕੁਝ ਤਿਆਗ ਚਲਾ ਗਿਆ ਪਰ ਪਿੱਛੇ ਨਾ ਦੇਖਿਆ। फिर फरमाया, सच सबना का खसम है, जिस बख्शे सो जन पाए। सचियार पुरख सब ही परमेश्वर रूप हन। तिन्हां दी वारता करन दा कोई हर्ज नहीं। कितने उदार चित्त सन कलगी वाले। आचरण अनुसारी हर एक सिख दी आचरण अनुसारी वाल गुरु जी किन्ना ध्यान देंदे सन। उस दी भी एक वारता है। एक सिख ने किसे कोलों लोड़ पैण ते उधार लिया, पर जद उस कोलों मंगिया गया तां उस ना नुकर कीती। देण वाले कहा, इत्थे नहीं देवांगा तां दरगाह लै लवांगा। सिख ने अगों कहा, लेखा कोई ना पूछे जां हर बख्शंदा। गुरु जी यह सब सुन रहे सन अते उसे वेले उच्ची आवाज नाल कहा, हक पराया नानका उस सूअर उस गाए। गुर पीर हामा तां भरे जां मुरदार ना खाए। अते फिर सिख नूं कोल बुला के समझाउण लगे, सिख दा हक तले मारिया ही अते आसां बख्शीवण दी रखदा है। बीजे बिरख मंगे अमृत, वेखो यह न्याओ, यह तेरे घर होवेगा, गुरु घर यह नहीं। सच सबना का खसम है। एक दिन फिर भरी संगत कोलों गुरु पातशाह ने पूछा कि धरती नूं कौन उठाई अते चलाई जा रहा है। संगतां बेनती कीती कि तुसीं ही किरपा करके दसो। तां आप जी ने फरमाया, ब्रह्मंड सब सच दे आसरे खड़ा है। यह जो कूड़ भी चल रहा है यह भी सच दे आसरे ही है। जिवें काठ संग लोहा भी तर जाता है, अवर उपदेशे आप ना करे। एक बारी जद रबाबियां बहुत सोहना कीर्तन किया अते संगतां ने वाह वाह की, पर गुरु जी कुछ ना बोले। जद संगतां ने फिर रबाबियां दी रज के सिफत की तां आप जी ने फरमाया, शब्द तां इन्ना भला पढ़िया है पर कही इन्ना पास ही है। सिखां इस दे अर्थ पुछे तां कहण लगे कि एक वारी पिंड विच किसे दी कही गुम हो गई। उस ढंडोरे वाले नूं रुपया दिता कि पिंड ढंडोरा दे देवो तां कि कही मिल जावे। कही फिर भी ना मिली। किसे कहा कि ढंडोरची दा घर भी देखिया जावे। जा देखिया तां कही उत्थों ही मिली। यह ही अवस्था रबाबियां दी है। आप माया दी निखेधी लोकां नूं कह सुणाउंदे हन अते आपूं लोकां कोलों वधीक माया दे चाहवान हन। तां ते कही इन्हां दे ही घर है। गुरबाणी नूं शुद्ध पढ़न लई भी प्रेरते लगा मात्रा घट वध करन वालियां नूं सख्त चेतावनी अते कई वारी ताड़ना भी करदे। भाई गोहर सिंह जी इतना शुद्ध पाठ करते सन, सब कीले ही जाते सन। सेवा की महानता, सेवा की महत्ता ते किरत की महानता नूं दरड़ाउण लई एक बारी उस बंदे दा नाल लिआंदा जल ना सिर्फ पीण तो इनकार किया सगों डोल के फरमाया, कुपंग दे हत्थां दा जल स्वीकार नहीं करना। हत्थ ओह ही पवित्र हन जो दूजिਆਂ ਦੀ सेवा ਲਈ जुटे हन। पढ़े ते सिख नहीं, सिदक टहल है। लंगर दी महिमा,
ਲੰਗਰ ਦੀ ਮਹਾਨਤਾ ਦ੍ਰਿੜਾਉਣ ਲਈ ਆਪੂ ਇੱਕ ਦਿਨ ਗੁਰੂ ਜੀ ਅਭਿਆਗਤ ਬਣ ਕੇ ਕਈ ਲੰਗਰਾਂ ਤੇ ਗਏ। ਕਈਆਂ ਨੇ ਪ੍ਰਸ਼ਾਦ ਤੱਕ ਨਾ ਦਿੱਤਾ, ਪਰ ਭਾਈ ਨੰਦ ਲਾਲ ਜੀ ਨੇ ਜੋ ਤਿਆਰ ਕੀਤਾ ਸੀ ਆਦਰ ਨਾਲ ਭੇਂਟ ਕੀਤਾ। ਅਗਲੇ ਦਿਨ ਜਦ ਹਰ ਕੋਈ ਆਪਣੇ ਲੰਗਰ ਦੀ ਆਪੇ ਹੀ ਉਪਮਾ ਕਰਨ ਲੱਗਾ ਤਾਂ ਗੁਰੂ ਜੀ ਨੇ ਫਰਮਾਇਆ, ਦਰ ਆਈ ਨੂੰ ਆਦਰ ਦੇਣਾ ਜ਼ਰੂਰੀ ਹੈ। ਇਸ ਕਸਵੱਟੀ ਤੇ ਭਾਈ ਨੰਦ ਲਾਲ ਹੀ ਪੂਰਾ ਉਤਰਿਆ ਹੈ। ਕੇਸਾਂ ਦਾ ਸਤਿਕਾਰ ਅਤੇ ਸੰਭਾਲ ਦੇ ਹੁਕਮ ਵੀ ਕਰਦੇ ਰਹਿੰਦੇ ਸਨ। ਇੱਕ ਦਿਨ ਭਰੇ ਦਰਬਾਰ ਪੁੱਛਿਆ ਕਿ ਕੋਈ ਐਸੀ ਔਰਤ ਵੀ ਹੈ ਜਿਸ ਨੇ ਆਪਣੇ ਪਤੀ ਦਾ ਕਦੇ ਮੂੰਹ ਨਾ ਫਿਟਕਾਰਿਆ ਹੋਵੇ। ਸਭ ਪਾਸੇ ਹੀ ਚੁੱਪ ਛਾ ਗਈ, ਪਰ ਆਗਰੇ ਤੋਂ ਆਈ ਮਾਈ ਨੇ ਕਿਹਾ, ਮਹਾਰਾਜ ਆਪ ਦੀ ਕਿਰਪਾ ਨਾਲ ਮੇਰੇ ਤੇ ਇਹ ਨੇਮ ਨਿਭਿਆ ਹੈ। ਮਾਈ ਭਾਗਣ ਨੇ ਇਹ ਦੱਸਿਆ ਕਿ ਉਸਨੂੰ ਇਹ ਸੋਝੀ ਕੇਸਾਂ ਦੇ ਸਤਿਕਾਰ ਤੋਂ ਹੀ ਆਈ ਹੈ। ਮਹਾਰਾਜ ਨੇ ਵੀ ਬਚਨ ਕੀਤਾ, ਦਾੜੀ ਬੰਦਗੀ ਐਨ ਖੁਦਾਏ ਦੀਦਾਰ ਸ਼ੁਮਾਰੇ, ਬਗੈਰ ਦਾੜੀ ਸ਼ੈਤਾਨ ਬਿਸਾਹਸ ਨਾ ਕਰਦ ਮਹਿ। ਇਸ ਤਰ੍ਹਾਂ ਇੱਕ ਵਾਰ ਜਦ ਭਾਈ ਕਾਹਨ ਸਿੰਘ ਦੇ ਦੀਵਾਰ ਪੋਚਦੇ ਕੁਝ ਛਿੱਟੇ ਕੋਲੋਂ ਲੰਘਦੇ ਮਹਾਰਾਜ ਤੇ ਪਏ ਤਾਂ ਆਪ ਜੀ ਨੇ ਉਸ ਨੂੰ ਇੱਕ ਤਮਾਚਾ ਮਾਰਨ ਲਈ ਕਿਹਾ। ਸੁਣਦੇ ਸਾਰ ਕਈਆਂ ਨੇ ਚਪੇੜਾਂ ਮਾਰੀਆਂ ਅਤੇ ਕੁਝ ਨੇ ਤਾਂ ਕੇਸਾਂ ਦੀ ਬੇਅਦਬੀ ਵੀ ਕੀਤੀ। ਗੁਰੂ ਮਹਾਰਾਜ ਨੇ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਤਾਂ ਇੱਕ ਤਮਾਚਾ ਮਾਰਨ ਲਈ ਕਿਹਾ ਸੀ, ਤੁਸਾਂ ਹੱਥ ਹੀ ਚੁੱਕ ਲਏ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ ਹੈ, ਇਹ ਗੁਨਾਹ ਹੈ। ਫਿਰ ਹੁਕਮ ਕੀਤਾ ਕਿ ਇਸ ਸਿੱਖ ਨੂੰ ਹੁਣ ਕੋਈ ਆਪਣੀ ਕੰਨਿਆ ਵੀ ਦੇਵੇ। ਚਪੇੜਾਂ ਮਾਰਨ ਵਾਲੇ ਪਿੱਛੇ ਹਟ ਗਏ, ਪਰ ਕੰਧਾਰ ਦੇ ਇੱਕ ਸਿੱਖ ਭਾਈ ਅਜਬ ਨੇ ਆਪਣੀ ਲੜਕੀ ਖੁਸ਼ੀ ਨਾਲ ਭਾਈ ਜੀ ਦੇ ਲੜ ਲਗਾਈ। ਪੱਥਰ ਤੇ ਪਤਾਸਾ ਹਿਉਮੇ ਦੀ ਜੜ ਨੂੰ ਵੀ ਗੁਰੂ ਜੀ ਪ੍ਰਤੱਖ ਦਿਖਲਾ ਪੁੱਟ ਰਹੇ ਸਨ ਅਤੇ ਸੰਗਤ ਨੂੰ ਮਹਾਨ ਘਟਨਾ ਲਈ ਤਿਆਰ ਕਰ ਰਹੇ ਸਨ। ਇੱਕ ਦਿਨ ਜਦ ਕੁਝ ਸਿੱਖਾਂ ਪ੍ਰਸ਼ਨ ਕੀਤਾ, ਮਹਾਰਾਜ ਕੁਝ ਸਿੱਖ ਆਪ ਜੀ ਦੇ ਨਿਕਟ ਵੀ ਰਹਿੰਦੇ ਹਨ, ਪਰ ਫਿਰ ਵੀ ਉਹਨਾਂ ਤੇ ਕੋਈ ਪ੍ਰਭਾਵ ਨਹੀਂ ਦਿਸਦਾ। ਪਰ ਭਾਈ ਜੱਗਾ ਸਿੰਘ ਵਰਗੇ ਪ੍ਰੇਮ ਵਿੱਚ ਗੁੜੁੰਦ ਰਹਿੰਦੇ ਹਨ, ਭਾਵੇਂ ਉਹਨਾਂ ਨੂੰ ਕੋਈ ਖਾਸ ਆਦਰ ਨਹੀਂ ਮਿਲਦਾ। ਆਪ ਜੀ ਨੇ ਇੱਕ ਪੱਥਰ ਤੇ ਇੱਕ ਪਤਾਸਾ ਸਵਾਲ ਕਰਨ ਵਾਲੇ ਸਿੱਖ ਨੂੰ ਦਿੱਤਾ ਕਿ ਪਾਣੀ ਦੇ ਭਰੇ ਮਟਕੇ ਵਿੱਚ ਰੱਖ ਆਵੋ। ਉਹ ਪੱਥਰ ਤੇ ਪਤਾਸਾ ਰੱਖ ਕੇ ਵਾਪਸ ਆਇਆ। ਥੋੜੀ ਹੀ ਦੇਰ ਬਾਅਦ ਗੁਰੂ ਜੀ ਨੇ ਕਿਹਾ, ਪੱਥਰ ਨੂੰ ਪਾਣੀ ਵਿੱਚੋਂ ਕੱਢ ਲਿਆਵੋ। ਸਿੱਖ ਨੇ ਕੱਢ ਲਿਆਂਦਾ। ਫਿਰ ਫਰਮਾਇਆ ਕਿ ਉਹ ਪਤਾਸਾ ਵੀ ਲੈ ਆਇਆ। ਉਸ ਬੇਨਤੀ ਕੀਤੀ, ਮਹਾਰਾਜ ਪਤਾਸਾ ਤਾਂ ਘੁਲ ਮਿਲ ਗਿਆ, ਉਸ ਦੀ ਹੋਂਦ ਮਿਟ ਗਈ। ਤਾਂ ਮਹਾਰਾਜ ਨੇ ਫਰਮਾਇਆ, ਇਸੇ ਤਰ੍ਹਾਂ ਕਈ ਗੁਰੂ ਸਰੋਵਰ ਵਿੱਚ ਵੀ ਹਿਉਮੇ ਦੇ ਪੱਥਰ ਬਣੇ ਰਹਿੰਦੇ ਹਨ। ਹਿਉਮੇ ਉਹਨਾਂ ਦਾ ਪਿੱਛਾ ਨਹੀਂ ਛੱਡਦੀ ਅਤੇ ਉਹ ਵੀ ਇਸ ਤੋਂ ਪਰੇ ਨਹੀਂ ਹੁੰਦੇ। ਦੂਜੇ ਪਤਾਸੇ ਰੂਪ ਸਿੱਖ ਗੁਰੂ ਬਚਨਾਂ ਤੇ ਸਭ ਕੁਝ ਵਾਰਨੇ ਕਰ ਦਿੰਦਾ ਹੈ ਅਤੇ ਨਿੱਕੀ ਜਿਹੀ ਹਸਤੀ ਮਿਟਾ ਕੇ ਵੱਡੀ ਹਸਤੀ ਦਾ ਹਿੱਸਾ ਬਣ ਜਾਂਦਾ ਹੈ। ਹਾਜ਼ਰ ਗੈਰ ਹਾਜ਼ਰ। ਹਾਜ਼ਰੀ ਨਾਲੋਂ ਹਜ਼ੂਰੀ ਦੀ ਮਹੱਤਤਾ ਦ੍ਰਿੜਾਉਣ ਲਈ ਉਸ ਸਿੱਖ ਨੂੰ ਚੰਗਾ ਕਿਹਾ ਜੋ ਤਮਾਸ਼ਾ ਪੁਤਲੀਆਂ ਦਾ ਦੇਖਦਾ ਸੀ, ਪਰ ਧਿਆਨ ਗੁਰੂ ਜੀ ਵੱਲ ਸੀ। ਵਾਰ-ਵਾਰ ਸੋਚਦਾ ਸੀ ਮਤਾ ਜਾਗ ਹੀ ਨਾ ਪੈਣ। ਪਰ ਦੂਜੇ ਪਾਸੇ ਜੋ ਗੁਰੂ ਜੀ ਦਾ ਪਹਿਰੇਦਾਰ ਸੀ, ਉਸ ਦਾ ਧਿਆਨ ਤਮਾਸ਼ੇ ਵੱਲ ਸੀ ਅਤੇ ਵਾਰ-ਵਾਰ ਕਹਿੰਦਾ ਸੀ ਕਿ ਕਿਹੜਾ ਗੁਰੂ ਜੀ ਨੇ ਜਾਗ ਪੈਣਾ ਹੈ। ਆਪ ਜੀ ਨੇ ਕਿਹਾ, ਇਸ ਤਰ੍ਹਾਂ ਹਾਜ਼ਰ ਗੈਰ ਹਾਜ਼ਰ ਅਤੇ ਗੈਰ ਹਾਜ਼ਰ ਹਾਜ਼ਰ ਹੈ। ਲੋੜ ਹਾਜ਼ਰੀ ਨਾਲੋਂ ਹਜ਼ੂਰੀ ਦੀ ਹੈ। ਜੇ ਹਾਜ਼ਰੀ ਅਤੇ ਹਜ਼ੂਰੀ ਦੋਵੇਂ ਹੋਣ ਤਾਂ ਕਹਿਣਾ ਹੀ ਕੀ ਹੈ। ਕਿਰਤ ਦੀ ਕਦਰ। ਸੰਗਤ ਉਸ ਦਿਨ ਬਹੁਤ ਹੀ ਹੈਰਾਨ ਹੋਈ ਜਦ ਗੁਰੂ ਜੀ ਆਪੂ ਇੱਕ ਸਿੱਖ ਦੇ ਅਕਾਲ ਚਲਾਣੇ ਤੇ ਉਸ ਦੇ ਘਰ ਪਹੁੰਚੇ ਅਤੇ ਅਸੀਸ ਦਿੱਤੀ। ਅਸੀਸ ਦੇ ਸ਼ਬਦ ਹਨ, ਜਾਓ ਸਪੁੱਤ, ਅਕਾਲ ਪੁਰਖ ਦੇ ਚਰਨਾਂ ਵਿੱਚ ਵਾਸਾ ਪਾਓ, ਧੰਨ ਜਨਮ ਸਫਲ ਆਉਣਾ। ਕਿਸੇ ਪਾਸ ਖੜੇ ਨੇ ਪੁੱਛਿਆ ਕਿ ਇਸ ਸਿੱਖ ਦੀ ਇਤਨੀ ਕਦਰ ਕਿਉਂ ਕੀਤੀ ਗਈ, ਤਾਂ ਦੂਜੇ ਸਿੱਖ ਨੇ ਦੱਸਿਆ ਕਿ ਇਤਨੀ ਕਦਰ ਇਸ ਲਈ ਕੀਤੀ ਗਈ ਹੈ ਕਿ ਇਹ ਸਿੱਖ ਕਿਰਤ ਕਰਕੇ ਪ੍ਰਸ਼ਾਦਾ ਛਕਦਾ ਸੀ ਅਤੇ ਰਹਿੰਦਾ ਸਮਾਂ ਸੰਗਤ ਦੀ ਸੇਵਾ ਵਿੱਚ ਖਰਚ ਕਰਦਾ ਸੀ। ਪਰਦੇਸੀ ਸਿੱਖ ਦੀ ਕੋਈ ਲੋੜ ਹੋਵੇ, ਇਸ ਨੇ ਹੀ ਪੂਰੀ ਕਰਨੀ ਸੀ। ਗਰੀਬਾਂ ਦੇ ਅੰਨ ਵਸਤਰ ਦਾ ਫਿਕਰ ਇਹ ਦੌੜ ਕੇ ਕਰਦਾ ਸੀ। ਬਿਮਾਰਾਂ ਨੂੰ ਦਵਾ ਦਾਰੂ ਪਹੁੰਚਾਉਂਦਾ ਸੀ। ਨੇਤਰਹੀਨਾਂ ਦੀ ਸੇਵਾ ਉਚੇਚ ਕਰਕੇ ਕਰਦਾ ਸੀ। ਫਿਰ ਕਿਸੇ ਨੂੰ ਰਾਗ ਵਿਦਿਆ, ਕਿਸੇ ਨੂੰ ਅਰਥ ਸਿਖਾਲ ਕੇ ਪੈਰਾਂ ਤੇ ਖੜਾ ਕਰ ਦਿੰਦਾ ਸੀ। ਧੰਨ ਗੁਰੂ ਗੋਬਿੰਦ ਹੈ ਜਿਨ੍ਹਾਂ ਐਸੇ ਕਿਰਤੀ ਧਰਮੀ ਰੋਹ ਵਾਲੇ ਬੰਦੇ ਪੈਦਾ ਕੀਤੇ, ਉਤਸ਼ਾਹੀ ਖੁੱਲੇ ਦਿਲਾਂ ਵਾਲੇ, ਖਿੜੇ ਮੱਥੇ, ਦਿਲੋਂ ਸਾਈ ਨਾਲ ਜੁੜੇ, ਨੈਣੋ ਕੁਦਰਤ ਨਾਲ ਮਿਲੇ, ਸੱਚੇ ਸੁੱਚੇ ਪੁਰਸ਼ ਰਚੇ। ਆਨੰਦਪੁਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਸਨ ਅਤੇ ਗੁਰੂ ਪਾਤਸ਼ਾਹ ਪਾਸ ਹਰ ਜਾਤ ਧਰਮ ਦੇ ਸਿਪਾਹੀ ਯੋਧੇ ਪੁੱਜ ਰਹੇ ਸਨ। ਕੁਝ ਨੌਕਰੀ ਵੀ ਕਰਦੇ ਸਨ ਅਤੇ ਉਹਨਾਂ ਨੂੰ ਰਜੀਨਾ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਫੌਜਾਂ ਹੋ ਗਈਆਂ ਸਨ। ਭਵਸਾਗਰ ਤਰਨ ਦਾ ਸੁਖਾਲਾ ਰਾਹ। ਇੱਕ ਦਫਾ ਇੱਕ ਸਿੱਖ ਨੇ ਪੁੱਛਿਆ ਕਿ ਤਰਨ ਦਾ ਉਪਾਅ ਸੁਖਾਲਾ ਕਹੀਏ। ਗੁਰੂ ਜੀ ਸ਼ਾਸਤਰ ਪੰਡਿਤ ਬਿਖਮ ਮਾਰਗ ਦੱਸਦੇ ਹਨ। ਗੁਰੂ ਜੀ ਨੇ ਬਚਨ ਕੀਤਾ,
तरना बहुत सुखाला है प्रिथ में, धंधा नहीं किरत करनी। दूतीय मन सदा शीतल रखना, छाती शीतल मन सुखी, शांत गोबिंद गुण गाई। तृतीय विचकार जो हुमे दा परदा है हटाउणा, भांभीरी के पात पार दो, बिन पेखे दुरायो। चतुरथ राम कहियो चित लाए अति, पंजवां मरना चीत रखना, ब्राह्मणा ते आखरी सट। पंथ साजन लई सारी समगरी तैयार सी। ਬੰਸਾਵਲੀ ਨਾਮਾਂ ਦਾ ਲਿਖਾਰੀ ਲਿਖਦਾ ਹੈ ਕਿ ਸੰਮਤ 1751 ਆਰੰਭ ਹੁੰਦੇ ਹੀ ਗੁਰੂ ਜੀ ਪੰਥ ਜੁਦਾ ਕਰਨ ਦੀਆਂ ਵਿਉਂਤਾਂ ਬਣਾਉਣ ਲੱਗ ਪਏ ਸਨ। ਉਸੇ ਸਾਲ ਕੇਸ ਰੱਖਣ ਤੇ ਹਜਾਮਤ ਨਾ ਕਰਾਉਂਦੇ ਹੁਕਮਨਾਮੇ ਭੇਜ ਦਿੱਤੇ ਸਨ। ਕੜਾ ਪਹਿਨਣ ਦਾ ਹੁਕਮ ਅਤੇ ਤੁਰਕਣੀ ਨਾਲ ਸੰਗ ਨਾ ਕਰਨ ਦੀ ਚੇਤਾਵਨੀ ਦੇ ਚੁੱਕੇ ਸਨ। ਆਨੰਦਪੁਰ ਦੀ ਸ਼ਸਤਰ ਪਹਿਣ ਪੁੱਜਣ ਦੀ ਆਗਿਆ ਵੀ ਕਰ ਚੁੱਕੇ ਸਨ। ਹੁਣ ਸਿਰਫ ਰਸਮੀ ਤੌਰ ਤੇ ਐਲਾਨ ਕਰਨ ਦੀ ਲੋੜ ਸੀ ਅਤੇ ਰਹਿਤ ਨੂੰ ਦ੍ਰਿੜ ਕਰਾਉਣ ਦੀ। ਇੱਕ ਆਖਰੀ ਚੋਟ ਬ੍ਰਾਹਮਣਵਾਦ ਤੇ ਮਾਰਨੀ ਵੀ ਜ਼ਰੂਰੀ ਸੀ। 1698 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬ੍ਰਹਮ ਭੋਜ ਕੀਤਾ। ਬ੍ਰਹਮ ਭੋਜ ਦਾ ਨਾਂ ਸੁਣਦੇ ਹੀ ਬ੍ਰਾਹਮਣ ਸ਼੍ਰੇਣੀ ਨੇ ਇਹ ਸਮਝਿਆ ਕਿ ਗੁਰੂ ਜੀ ਉਹਨਾਂ ਨੂੰ ਪਹਿਲ ਦੇਣਗੇ। ਉਹਨਾਂ ਦੇ ਕੋਸ਼ ਵਿੱਚ ਬ੍ਰਾਹਮਣ ਭੋਜ ਦੇ ਅਰਥ ਹੀ ਬ੍ਰਾਹਮਣ ਦੀ ਸੇਵਾ ਸਨ। ਭਾਵੇਂ ਗੁਰੂ ਅਰਜਨ ਦੇਵ ਜੀ ਨੇ ਵੀ ਇਹਨਾਂ ਤੇ ਕਰਾਰੀ ਚੋਟ ਉਸ ਵੇਲੇ ਮਾਰੀ ਸੀ ਜਿਸ ਵੇਲੇ ਦਰਬਾਰ ਸਾਹਿਬ ਦੀ ਉਸਾਰੀ ਸੰਪੂਰਨ ਹੋਈ ਸੀ। ਕੁਝ ਲੋਕਾਂ ਉਸ ਵੇਲੇ ਸੁਝਾਅ ਦਿੱਤਾ ਸੀ ਕਿ ਪਹਿਲਾ ਥਾਲ ਕਿਸੇ ਬ੍ਰਾਹਮਣ ਨੂੰ ਭੇਜਿਆ ਜਾਏ, ਪਰ ਗੁਰੂ ਅਰਜਨ ਜੀ ਨੇ ਹਮਰਾ ਪੁਰੋਹਿਤ ਬਾਈ ਬੰਨੋ, ਸਾਧ ਸੰਗਤ ਤੁਮ ਸਤਕਰ ਮੰਨੋ ਆਖ ਕੇ ਸਭ ਨੂੰ ਅਵਾਕ ਕਰ ਦਿੱਤਾ ਸੀ ਅਤੇ ਰੁਤਬੇ ਦੀ ਚੇਤਨਤਾ ਤੇ ਕਾਰੀ ਸੱਟ ਮਾਰੀ ਸੀ। ਹੁਣ ਵੀ ਇਸ ਖਿਆਲ ਨਾਲ ਬ੍ਰਾਹਮਣ ਇਕੱਠੇ ਹੋਏ। ਲੰਗਰ ਦੇ ਸਮੇਂ ਗੁਰੂ ਜੀ ਨੇ ਉਹਨਾਂ ਨੂੰ ਨਾ ਬੁਲਾਇਆ ਤੇ ਲੰਗਰ ਲਗਾ ਦਿੱਤਾ। ਉਹਨਾਂ ਵਿੱਚੋਂ ਕੁਝ ਗੁੱਸੇ ਵਿੱਚ ਗੁਰੂ ਜੀ ਕੋਲ ਆਏ ਅਤੇ ਨਾ ਬੁਲਾਏ ਜਾਣ ਤੇ ਗੁੱਸਾ ਕੀਤਾ ਅਤੇ ਆਪਣਾ ਹੱਕ ਜਤਾਇਆ। ਮਹਾਰਾਜ ਸਿਰਫ ਮੁਸਕਰਾਉਂਦੇ ਰਹੇ ਅਤੇ ਇਤਨਾ ਹੀ ਕਿਹਾ, ਮਿਸਰ ਜੀ ਗੁੱਸੇ ਨਾ ਹੋਵੋ, ਤੁਹਾਡੀ ਯਾਦ ਹੀ ਭੁੱਲ ਗਈ। ਯਾਦ ਉਸੇ ਦੀ ਭੁੱਲਦੀ ਹੈ ਜਿਸ ਦੀ ਲੋੜ ਨਾ ਹੋਵੇ। ਸੋ ਬ੍ਰਾਹਮਣਾਂ ਦੀ ਹੁਣ ਇਸ ਸਿੱਖੀ ਦੇ ਦਰ ਲੋੜ ਨਹੀਂ ਹੈ। ਸਿੱਖ ਦੀ ਮਹੱਤਤਾ ਦਰੜਾਉਂਦੇ ਹੋਏ ਫਰਮਾਇਆ ਕਿ ਬ੍ਰਾਹਮਣ ਸਦੀਆਂ ਤੋਂ ਲੋਕਾਂ ਤੇ ਜੂਲਾ ਪਾ ਕੇ ਰਾਜ ਕਰੀ ਜਾਂਦਾ ਸੀ। ਇਸ ਨੇ ਆਪਣੀ ਮਨਮਾਨੀ ਕਰ ਲਈ ਹੈ। ਹੁਣ ਲੇਖੇ ਗੁਰੂ ਨੇ ਮੁਕਾ ਦਿੱਤੇ ਹਨ। ਹੁਣ ਕੋਈ ਰਾਖਵਾਂ ਅਧਿਕਾਰ ਇਹਨਾਂ ਬ੍ਰਾਹਮਣਾਂ ਦਾ ਸਿੱਖ ਧਰਮ ਵਿੱਚ ਨਹੀਂ ਹੈ। ਫਿਰ ਫਰਮਾਇਆ ਜੋ ਦੀਨ ਦੁਖੀ ਦੀ ਸੇਵਾ ਲਈ ਆਪਣਾ ਤਨ ਮਨ ਵਾਰਦੇ ਹਨ ਉਹ ਹੀ ਸੇਵਾ ਕਰਵਾਉਣ ਦੇ ਅਧਿਕਾਰੀ ਹਨ। ਇਹਨਾਂ ਨੂੰ ਪਹਿਲ ਦਿੱਤੀ ਕਿਉਂਕਿ ਇਹਨਾਂ ਦੀ ਸਹਾਇਤਾ ਨਾਲ ਹੀ ਯੁੱਧ ਜਿੱਤੇ ਹਨ। ਨਾਲ ਇਹ ਵੀ ਫਰਮਾਇਆ ਕਿ ਸਭ ਕੁਝ ਹੀ ਇਹਨਾਂ ਦਾ ਹੈ ਅਤੇ ਜਿਨ੍ਹਾਂ ਗੁਰੂ ਦੀ ਖੁਸ਼ੀ ਲੈਣੀ ਹੈ ਇਹਨਾਂ ਦੀ ਹੀ ਸੇਵਾ ਸੰਭਾਲ ਕਰੇ। ਗੁਰੂ ਵੀ ਇਹਨਾਂ ਦਾ ਹੀ ਹੈ। ਜਦ ਬ੍ਰਾਹਮਣਾਂ ਨੇ ਐਸੇ ਵਾਕ ਸੁਣੇ ਤਾਂ ਹੋਰ ਸਟਪਟਾਈ ਅਤੇ ਗੁੱਸੇ ਵਿੱਚ ਉੱਥੋਂ ਚਲੇ ਗਏ। ਉਹ ਇਹ ਜਾਣ ਗਏ ਕਿ ਹੁਣ ਉਹਨਾਂ ਦੇ ਹੱਥ ਕੁਝ ਨਹੀਂ ਰਿਹਾ। ਕਸ਼ਹਿਰਾ ਬ੍ਰਾਹਮਣਵਾਦ ਤੇ ਆਖਰੀ ਪੱਕੀ ਸੱਟ ਮਾਰਨ ਲਈ 1698 ਦੀ ਵਿਸਾਖੀ ਨੂੰ ਕਸ਼ਹਿਰਾ ਧਾਰਨ ਦਾ ਹੁਕਮ ਦਿੱਤਾ। ਕਸ਼ਹਿਰਾ ਇਸ ਗੱਲ ਦਾ ਚਿੰਨ੍ਹ ਹੈ ਕਿ ਸਿੱਖ ਸਭਨਾਂ ਤੋਂ ਨਿਆਰਾ ਹੈ। ਇਹ ਕਿਸੇ ਦੀ ਰੀਤ ਨਹੀਂ ਅਪਣਾਉਂਦਾ, ਇਸ ਦੀ ਆਪਣੀ ਮਰਿਆਦਾ ਹੈ। ਬ੍ਰਾਹਮਣ ਦੀ ਰੀਤ ਇਸ ਛੱਡ ਦਿੱਤੀ ਹੈ। ਹਵਨ ਕਰਦੇ ਪਾਠ ਦੀਆਂ ਹੋਰ ਸ਼ਰਤਾਂ ਵਿੱਚ ਇੱਕ ਵੱਡੀ ਸ਼ਰਤ ਇਹ ਹੈ ਕਿ ਵੇਦੀ ਤੇ ਚੜ੍ਹਨ ਵੇਲੇ ਅਣਸੀਤਾ ਕੱਪੜਾ ਨਾ ਪਹਿਨਿਆ ਜਾਏ ਅਤੇ ਫਿਰ ਹਰ ਪ੍ਰਾਣੀ ਲਈ ਯੱਗ ਕਰਾਉਣਾ ਜ਼ਰੂਰੀ ਹੈ। ਜਿੱਥੇ ਵੇਦ ਪਾਠ ਨਹੀਂ ਹੋ ਸਕਦਾ ਜਦ ਤੱਕ ਅਣਸੀਤਾ ਕੱਪੜਾ ਨਾ ਪਾਇਆ ਜਾਏ ਅਤੇ ਕਸ਼ਹਿਰਾ ਬਣ ਨਹੀਂ ਸਕਦਾ ਜਦ ਤੱਕ ਸੀਤਾ ਨਾ ਜਾਏ। ਕਸ਼ਹਿਰਾ ਹਰ ਵੇਲੇ ਰੱਖਣਾ ਹੈ ਤਾਂ ਕਿ ਸਿੱਖ ਕਦੇ ਬੇਪਰਨ ਦੀ ਰੀਤ ਨਾ ਅਪਣਾ ਲਏ। ਇਹ ਵੀ ਯਾਦ ਰਹੇ ਜਦ ਗੁਰੂ ਜੀ ਨੇ ਪਹਾੜੀ ਰਾਜਾ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਤ ਕੀਤਾ ਸੀ ਤਾਂ ਉਹਨਾਂ ਦੀ ਸ਼ਰਤ ਇਹ ਸੀ ਕਿ ਉਹ ਕਸ਼ਹਿਰੇ ਦੇ ਧਾਰਨੀ ਨਹੀਂ ਹੋਣਗੇ ਅਤੇ ਦੂਜੇ ਉਹਨਾਂ ਲਈ ਵੱਖਰਾ ਅੰਮ੍ਰਿਤ ਤਿਆਰ ਕੀਤਾ ਜਾਏ। ਇਹ ਕਹਿ ਕੇ ਆਪਣੇ ਵੱਲੋਂ ਉਸ ਵੇਦਕ ਮੰਤਰ ਤੇ ਪਹਿਰਾ ਦੇ ਰਹੇ ਸਨ ਕਿ ਹੋਰ ਲੋਕਾਂ ਨਾਲ ਇੱਕ ਪੰਗਤ ਵਿੱਚ ਬੈਠ ਕੇ ਖਾਣ ਨਾਲ ਭਿੱਟ ਜਾਈਦਾ ਹੈ। ਗੁਰੂ ਜੀ ਨੇ ਤਾਂ ਇੱਥੋਂ ਤੱਕ ਹੁਕਮ ਕਰ ਦਿੱਤੇ ਸਨ, ਚਾਰੇ ਵਰਨ ਏਕ ਭਾਈ, ਗੁਰੂ ਕਾ ਨਾਤਾ ਚੌਹਾਂ ਵਰਨਾਂ ਨੂੰ ਇੱਕੋ ਜਿਹਾ ਹੈ, ਇਸ ਵਿੱਚ ਵਿਕਲਪ ਨਹੀਂ ਕੋਈ। ਬ੍ਰਾਹਮਣਾਂ ਦੀ ਚੁੱਕ ਤੇ ਗੁਰੂ ਜੀ ਨੂੰ ਕਤਲ ਕਰਨ ਦੀ ਸਾਜ਼ਿਸ਼। ਬ੍ਰਾਹਮਣਾਂ ਨੂੰ ਇਸ ਗੱਲ ਦਾ ਇਤਨਾ ਗੁੱਸਾ ਸੀ ਕਿ ਉਹਨਾਂ ਅਜਮੇਰ ਚੰਦ ਅਤੇ ਕਟੋਚ ਦੇ ਰਾਜੇ ਨੂੰ ਜਾ ਚੁੱਕਿਆ ਕਿ ਗੁਰੂ ਤਾਂ ਉਹਨਾਂ ਦੇ ਧਰਮ ਵਿੱਚ ਵੀ ਸਿੱਧਾ ਦਖਲ ਦੇਣ ਲੱਗ ਪਏ ਹਨ। ਧਰਮ ਦੀ ਰਾਖੀ ਤਾਂ ਹੀ ਹੋ ਸਕਦੀ ਹੈ ਜੇ ਗੁਰੂ ਗੋਬਿੰਦ ਸਿੰਘ ਨੂੰ ਜਾਨੋਂ ਮਾਰਿਆ ਜਾਏ।
ਪਹਾੜੀ ਰਾਜੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਸਿੱਧੀ ਜੰਗ ਦੇ ਟਾਕਰੇ ਵਿੱਚ ਗੁਰੂ ਜੀ ਨੂੰ ਪਕੜਨਾ, ਹਰਾਉਣਾ ਜਾਂ ਮਾਰਨਾ ਅਸੰਭਵ ਹੈ। ਸੋ ਛੁਪ ਕੇ ਵਾਰ ਕਰਨ ਦੀ ਸਾਜ਼ਿਸ਼ ਬਣਾ ਲਈ ਗਈ। ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਸ਼ਿਕਾਰਗਾਹਾਂ ਦਾ ਪਤਾ ਸੀ ਅਤੇ ਉਹ ਪਿੱਛਾ ਕਰਨ ਲੱਗ ਪਏ ਸਨ। ਇੱਕ ਵਾਰ ਜਦ ਸ਼ਿਕਾਰ ਦਾ ਪਿੱਛਾ ਕਰਦੇ ਗੁਰੂ ਜੀ ਕਟੋਚ ਦੀ ਹੱਦ ਵਿੱਚ ਚਲੇ ਗਏ ਤਾਂ ਰਾਜਾ ਆਲਮ ਚੰਦ ਤੇ ਬਲੀਆ ਚੰਦ ਦੀ ਸ਼ਿਕਾਰੀ ਜੁੰਡਲੀ ਨੇ ਸਤਿਗੁਰੂ ਜੀ ਨੂੰ ਘੇਰ ਲਿਆ ਅਤੇ ਸਿੱਧੇ ਵਾਰ ਕਰਨੇ ਆਰੰਭ ਕਰ ਦਿੱਤੇ। ਗੁਰੂ ਜੀ ਨੇ ਐਸੇ ਤੀਰ ਚਲਾਏ ਕਿ ਦੋਵੇਂ ਹੀ ਘਾਇਲ ਹੋ ਗਏ ਅਤੇ ਉਹਨਾਂ ਦੋਵਾਂ ਨੱਸ ਕੇ ਜਾਨ ਬਚਾਈ। ਅੱਜ ਅਸੀਂ ਪੁਰਖ ਭਗਵੰਤ ਜੀਵਨੀ ਗੁਰੂ ਗੋਬਿੰਦ ਸਿੰਘ ਜੀ ਕਿਤਾਬ ਦੇ 156 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।